ਸਰਪੰਚ ਨੇ ਚੌਕੀਦਾਰ ਨੂੰ ਭੇਜਿਆ ਮਸੀਤ 'ਚ ਜੀ ਵੀ ਤੂੰ ਜਾ ਕੇ ਸਪੀਕਰ 'ਚ ਕਹਿ ਦੇ ਵੀ ਇਸ ਪਿੰਡ ਦਾ ਅਸਲੀ ਵਾਰਸ ਬਜ਼ੁਰਗ ਆਇਆ ਜਿਹਨੇ ਦਰਸ਼ਨ ਕਰਨੇ ਆ, ਸਰਪੰਚ ਦੀ ਹਵੇਲੀ ਆ ਜਾਓ। ਮੁਸਲਮਾਨ ਬਸਦੇ ਹਨੀਫ ਹੋਰੀ ਸਨ, 2 ਮੁੰਡੇ। ਜਦੋਂ ਮੈਂ ਸਕੂਲ ਆਪਣੇ ਗਿਆ ਤੇ ਸਕੂਲ ਮੱਥਾ ਟੇਕ ਕੇ ਤੇ ਮੈਂ ਪਹਿਲਾ ਲਫ਼ਜ਼ ਹੀ ਬੋਲਿਆ, ਬੜੇ ਨਿਕੰਮੇ ਬੰਦੇ ਹੋ ਤੁਸੀਂ ਇਸ ਪਿੰਡ ਦੇ ਬਾਜ਼ਾਰ। ਕਹਿੰਦੇ ਕੀ ਗੱਲ ਸਰਦਾਰ ਜੀ ਤੁਸੀਂ? ਮੈਂ ਕਿਹਾ 5 ਕਮਰੇ ਮੈਂ ਛੱਡ ਕੇ ਗਿਆ ਸੀ, 6ਵਾਂ ਤੇ ਤੁਹਾਡੇ ਕੋਲ ਬਣਿਆ ਨਹੀਂ, ਇਸ ਕਰਕੇ ਮੈਂ ਨਿਕੰਮਾ ਕਿਹਾ ਤੁਹਾਨੂੰ, ਮਜ਼ਾਕ ਵਿੱਚ ਬੁਰਾ ਨਹੀਂ ਮੰਨਣਾ। ਜੀ 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 ਮੈਂ ਆਇਆ ਜੀ ਮੋਹਾਲੀ ਵਿੱਚ। ਮੋਹਾਲੀ ਪੰਜਾਬ ਦਾ ਇੱਕ ਜ਼ਿਲ੍ਹਾ ਜਿਹਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਹੈ। ਮੋਹਾਲੀ ਕਦੀ ਇੱਕ ਪਿੰਡ ਹੁੰਦਾ ਸੀ ਪੁਆਧ ਦਾ, ਸ਼ਾਇਦ ਅੰਬਾਲੇ ਜ਼ਿਲ੍ਹੇ ਦਾ। ਫਿਰ ਇਹ ਪਿੰਡ ਵੱਧਦਾ ਕਸਬਾ ਬਣ ਗਿਆ ਕਿ ਚੰਡੀਗੜ੍ਹ ਬਣਨ ਦੇ ਨਾਲ, ਉਸਰਨ ਦੇ ਨਾਲ, ਚੰਡੀਗੜ੍ਹ ਰਾਜਧਾਨੀ ਬਣਨ ਦੇ ਨਾਲ ਇਹਦੀ ਵੀ ਅਹਿਮੀਅਤ ਨਾਲ ਹੀ ਉੱਭਰਦੀ ਗਈ। ਅਤੇ ਬਿਲਕੁਲ ਚੰਡੀਗੜ੍ਹ ਨਾਲ ਲੱਗਦਾ ਪੰਜਾਬ ਦਾ ਇਹ ਜ਼ਿਲ੍ਹਾ ਹੈ ਜੀ। ਇੱਥੇ ਮੈਂ ਅੱਜ ਫੇਜ਼ 9 ਦੇ ਵਿੱਚ ਬੈਠਾ ਅਤੇ ਕਰਨ ਆਇਆ ਉਹੀ ਗੱਲਾਂ ਲੀਕੋ ਆਰ ਪਾਰ ਦੀਆਂ, ਸਿਆਲਕੋਟ ਦੀਆਂ। ਇਹਨਾਂ ਨੂੰ ਬਜ਼ੁਰਗ ਕਹਿਣਾ ਵੀ ਥੋੜ੍ਹਾ ਜਿਹਾ ਲੱਗਦਾ ਔਖਾ ਆ, ਕਿਉਂਕਿ ਸਾਡੇ ਨਾਲੋਂ ਜ਼ਿਆਦਾ ਐਕਟਿਵ ਨੇ। ਇਹਨਾਂ ਨਾਲ ਮੇਰੀ ਗੱਲਬਾਤ ਕੋਈ 2 ਸਾਲਾਂ ਤੋਂ ਹੋ ਰਹੀ ਹੈ। ਅੱਜ ਮੌਕਾ ਮਿਲਿਆ ਕਿ ਮੈਂ ਇਹਨਾਂ ਦੇ ਰੂਬਰੂ ਹੋਇਆ 47 ਦੀਆਂ ਗੱਲਾਂ ਕਰਨ ਵਾਸਤੇ। ਲਓ ਜੀ, ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਹਰਬੰਸ ਸਿੰਘ ਹੈ ਜੀ। ਜੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਮੇਰੀ ਕੋਈ 7 ਸਾਲ ਸੀ ਜੀ। ਕਿਹੜਾ ਪਿੰਡ ਸੀ ਆਪਣਾ ਜਿੱਥੇ ਜਨਮ ਹੋਇਆ? ਸਾਡਾ ਪਿੰਡ ਸਿਆਲਕੋਟ ਤੋਂ ਸਿਰਫ 2.5 ਕਿਲੋਮੀਟਰ ਸੀ ਤੇ ਉਹਦਾ ਨਾਂ ਸੀ ਤਿਲਕਪੁਰ। ਤਿਲਕਪੁਰ ਸਿਆਲਕੋਟ ਟੂ ਜੰਮੂ ਰੋਡ ਦੇ ਉੱਤੇ ਸੀ ਇਹ ਪਿੰਡ, ਬਿਲਕੁਲ ਰੋਡ ਦੇ ਉੱਤੇ ਜੀ। ਜਿੱਦਾਂ ਸਿਆਲਕੋਟ ਦਾ ਕਹਿ ਲਓ, ਹੁਣ ਤਾਂ ਉਹ ਮਹੱਲਾ ਹੀ ਬਣ ਗਿਆ ਹੋਊਗਾ। ਹੁਣ ਤਾਂ ਜਦੋਂ ਮੈਂ ਗਿਆ ਤੇ ਉਹ ਪਤਾ ਹੀ ਨਹੀਂ ਸੀ ਲੱਗਦਾ ਵੀ, ਕਿਉਂਕਿ ਮੇਰੇ ਵੱਡੇ ਭਾਈ ਸਾਹਿਬ ਨੇ ਕਹਿ ਦਿੱਤਾ ਸੀ ਵੀ ਕੈਂਟ ਵਾਲੇ ਚੌਕ ਤੋਂ ਜਾਏਗਾ ਤੇ ਤੀਜਾ ਪਿੰਡ ਜਾ ਕੇ ਗੱਡੀ ਖੜੀ ਕਰਕੇ ਉਤਰ ਜਾਓ। ਪਰ ਮੈਂ ਦੇਖਾਂ ਤੀਜਾ ਪਿੰਡ ਹੁਣ ਕਿੱਦਾਂ ਲੱਭਾ ਇੱਥੇ। ਪਿੰਡ ਤਾਂ ਆਪਸ 'ਚ ਰਲ ਗਏ ਸੀ। ਹਾਂ, ਸਿਆਲਕੋਟ ਤੋਂ ਲੱਗ ਕੇ ਸਾਡੇ ਪਿੰਡ ਤੋਂ ਅੱਗੇ ਤੱਕ ਸਾਰੇ ਹੀ ਸ਼ਹਿਰ ਬਣ ਗਿਆ ਜੀ। ਚਲੋ, ਇਹ ਤਿਲਕਪੁਰ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਆ? ਜੱਟ ਫੈਮਿਲੀ ਨੂੰ। ਕਿਹੜੀ ਗੋਤ ਕਿਹੜੀ ਹੈ? ਗੋਤ ਹੈ ਸਾਡਾ ਅਸੜ, ASSAR। ਅਸੜ ਥੋੜ੍ਹੇ ਜਿਹੇ ਘੱਟ ਨੇ ਜੱਟ? ਨਹੀਂ। ਹੁਣ ਮੈਂ ਉਸੇ ਸਿਲਸਿਲੇ ਵਿੱਚ ਜੰਮੂ ਗਿਆ ਸੀ, ਉੱਥੇ ਪਿੰਡਾਂ ਦੇ ਪਿੰਡ ਹੀ ਅਸੜਾਂ ਦੇ ਹੈ। ਜਿਸ ਪਿੰਡ 'ਚ ਮੈਂ ਸਨਮਾਨਿਤ ਕਰਨ ਗਿਆ ਸੀ ਲੋਕਾਂ ਨੂੰ, ਉਸ ਘਰ ਦੇ ਵਿੱਚ ਅਸੀਂ 1 ਮਹੀਨਾ 17 ਦਿਨ ਰਹੇ ਸੀ ਉਸ ਟਾਈਮ ਪਾਰਟੀ 'ਚ। ਉਹ ਗੱਲ ਆਪਾਂ ਕਰਨੀ ਆ। ਅੱਛਾ। ਤੇ ਇਹਦਾ ਮਤਲਬ ਅਸਰ ਜਿਹੜੇ ਆ ਇਹ ਜੰਮੂ ਦੇ ਮਤਲਬ ਜੱਦੀ ਆ ਜਾਂ ਉਧਰੋਂ ਮਾਈਗ੍ਰੇਟ ਹੋ ਕੇ ਆਏ? ਨਹੀਂ, ਜੰਮੂ ਦੇ ਵੀ ਜੱਦੀ ਨੂੰ ਤੇ ਉਧਰ ਸਿਆਲਕੋਟੀਏ ਵੀ ਜੱਦੀ ਨੂੰ ਬਹੁਤ। ਆਰਮੀ 'ਚ ਜਰਨਲ ਵੀ ਇੱਕ ਮਿਲ ਗਿਆ ਜਿਹੜਾ ਅਸੜਿਆ। ਓਕੇ। ਤੇ ਤੁਹਾਡੀਆਂ ਰਿਸ਼ਤੇਦਾਰੀਆਂ ਕਿੰਨਾ ਪਿੰਡਾਂ 'ਚ ਸੀ ਉਧਰ? ਮੇਰੇ ਮਾਂ-ਬਾਪ ਤਾਂ ਨਾਲ ਹੀ ਪਿੰਡ ਸੀਗਾ, ਉੱਥੇ ਵਿਆਹੇ ਸੀ। ਔਲਖ ਉਸ ਪਿੰਡ ਦਾ ਨਾਂ ਹੀ ਝੁੰਨਾ। ਉਹ ਬਿਲਕੁਲ ਸਾਡੇ ਪਿੰਡ ਤੋਂ 1.5-2 ਮੀਲ ਸੀ ਜੀ। ਤੇ ਅਸੀਂ ਤੇ ਹੁਣ ਇੱਧਰ ਆ ਕੇ ਉਹਨਾਂ ਪਿੰਡਾਂ ਦੇ ਲੋਕਾਂ ਨਾਲ ਹੀ ਸ਼ਾਦੀਆਂ ਕੀਤੀਆਂ, ਨੇੜੇ ਵਾਲਿਆਂ ਨਾਲ। ਮਤਲਬ ਪੁਰਾਣੀਆਂ ਰਿਸ਼ਤੇਦਾਰੀਆਂ ਬਰਕਰਾਰ ਰੱਖੀਆਂ? ਹਾਂ, ਪੁਰਾਣੀਆਂ ਰਿਸ਼ਤੇਦਾਰੀਆਂ। ਮੇਰਾ ਵਿਆਹ ਉਸ ਲੜਕੀ ਨਾਲ ਹੋਇਆ ਜਿੱਥੇ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਨ ਜਾਂਦਾ ਰਿਹਾ ਸੀ। ਕਿਹੜਾ ਪਿੰਡ ਸੀ ਉਹ? ਉਹ ਪਿੰਡ ਸੀ ਜੀ ਕਾਂਪੁਰ। ਇਹਨਾਂ ਦੀ ਕਿਹੜੀ ਗੋਤ ਹੈ ਤੁਹਾਡੇ ਸਹੁਰਿਆਂ ਦੀ? ਇਹ ਹੈਗੇ ਨੇ ਜੀ ਆਪਣਾ ਸੋਲ ਸੀਗੇ ਉੱਧਰ ਹੈ ਸਿਆਲਕੋਟ 'ਚ ਵੀ? ਹਾਂ, ਸੋਲ ਸੀ ਜੀ। ਤੇ ਥੋੜ੍ਹਾ ਜਿਹਾ ਆਪਣੇ ਪਿੰਡ ਬਾਰੇ ਦੱਸੋ। ਤੁਸੀਂ ਅਸੜ ਸੀ, ਕੋਈ ਹੋਰ ਗੋਤਾਂ ਦੇ ਲੋਕ ਵੀ ਵੱਸਦੇ ਹੋਣਗੇ ਉੱਥੇ? ਨਹੀਂ, ਮੈਂ ਇਹ ਗੱਲ ਸਮਝਿਆ ਨਹੀਂ। ਮੈਂ ਕਿਹਾ ਤੁਹਾਡੀ ਗੋਤ ਅਸੀਂ ਅਸੜ, ਹਾਂ, ਕੁਝ ਹੋਰ ਗੋਤਾਂ ਦੇ ਵੀ ਲੋਕ ਵੱਸਦੇ ਹੋਣਗੇ? ਜਿੰਨੇ ਜੱਟ ਸਨ ਉਹ ਸਾਰੇ ਅਸੜ ਹੀ ਸਨ। ਉਹ ਅਸੀਂ ਸਾਰੇ ਇਕੱਠੇ ਇੱਕ ਜਗ੍ਹਾ ਬੈਠੇ ਹਾਂ ਆਲਮੋਸਟ। ਬਾਕੀ ਜਿਹੜੇ ਘਰ ਸਨ ਉਹ ਨਾਈਆਂ ਦੇ ਜ਼ਿਆਦਾ ਸਨ। ਔਰ ਉਹ ਸਿੱਖ ਸੀਗੇ?
ਨਹੀਂ, ਦੇ ਆਰ ਕਲੀਨ ਸ਼ੇਵਨ। ਮੁਸਲਮਾਨ ਨਹੀਂ, ਮੁਸਲਮਾਨ ਉਹ ਉੱਥੇ ਹੀ ਰਹਿ ਗਏ ਸਾਰੇ। ਉਹ ਮੁਸਲਮਾਨਾਂ ਚੋਂ ਨਾਂ ਯਾਦ ਆ ਕੋਈ ਜਿਹੜੇ? ਹਾਂ, ਨਾ ਯਾਦ ਕੀ, ਮੈਂ ਮਿਲ ਕੇ ਆਇਆ ਜਦੋਂ 2006 ਚ ਗਿਆ। ਅੱਛਾ ਜੀ। ਇੱਕ ਸੀਗੇ ਮਤਲਬ ਹਜ਼ਾਮਤ ਕਰਨ ਵਾਲੀਆਂ ਫੈਮਲੀਆਂ? ਹਜਾਮਤ ਕਰਨ ਹੋਰ? ਵਾਲੇ ਇੱਕ ਸੀਗੇ ਮਰਾਸੀ ਜਿਹੜੇ ਮੀਰ ਆਲਮ। ਮੁੰਡਾ ਮੰਡਾ ਹੁੰਦਾ ਤੇ ਉੱਥੇ ਜਾਂਦੇ ਸੀ। ਉਹ ਪਾਲੋ ਮਰਾਸੀ ਸੀ, ਉਹ ਮਰ ਗਿਆ। ਉਹਦਾ ਪੋਤਾ ਮਿਲਿਆ ਫਿਰ ਮੈਨੂੰ। ਅੱਛਾ ਹਾਂ, ਉਹ ਕਹਿੰਦਾ ਮੈਨੂੰ ਤੇ ਅੰਕਲ ਜੀ ਨਹੀਂ ਕੁਝ ਵੀ ਪਤਾ ਜੀ, ਪਰ ਇਹਨਾਂ ਸੁਣਦੇ ਰਹੇ ਆ ਵੀ ਇੱਥੇ ਜਿਹੜੇ ਜ਼ਮੀਂਦਾਰ ਸੀ ਉਹ ਸਾਰੇ ਹਿੰਦੁਸਤਾਨ ਚਲੇ ਗਏ। ਜੀ ਜੀ ਜੀ, ਠੀਕ ਹੈ। ਹੋਰ ਤੁਹਾਨੂੰ ਕੀ ਕੀ ਯਾਦ ਆ ਉੱਥੇ ਦਾ, ਉਸ ਪਿੰਡ ਦਾ? ਮੈਨੂੰ ਤਾਂ ਉੱਥੇ ਦੀ ਇੱਕ ਇੱਕ ਚੀਜ਼ ਯਾਦ ਹੈ। ਗੁਰਦੁਆਰਾ ਸਾਹਿਬ ਸਾਡਾ ਯਾਦ ਆ ਮੈਨੂੰ ਜੀ। ਉਹ ਪਿੰਡੋਂ ਅੱਧਾ ਕਿਲੋਮੀਟਰ ਹਟਮਾ ਸੀ ਤੇ ਉੱਥੇ ਬਹੁਤ ਵੱਡਾ ਅੰਬਾਂ ਦਾ ਬਾਗ ਸੀ ਔਰ ਇੱਕ, ਤੇ ਉੱਥੇ ਮੈਨੂੰ ਪਿੰਡ ਵਾਲੇ ਕਹਿੰਦੇ ਉੱਥੇ ਨਹੀਂ ਜਾਣਾ। ਮੈਂ ਕਿਹਾ ਕਿਉਂ? ਕਹਿੰਦੇ ਉੱਥੇ ਮਿਲਟਰੀ ਵਾਲੇ ਆ, ਸਾਡੇ BSF ਵਾਲੇ ਆ, ਉਹ ਇਤਰਾਜ਼ ਕਰਨਗੇ। ਮੈਂ ਕਿਹਾ ਮੈਂ ਵੀ ਮਿਲਟਰੀ ਵਾਲਾ ਆ, ਉਹ ਇਤਰਾਜ਼ ਕਰਨਗੇ, ਮੈਂ ਭੁਗਤ ਲਾਂਗਾ। ਮੈਂ ਕੋਈ ਚੋਰੀ ਤੇ ਆਇਆ ਨਹੀਂ, ਮੇਰੇ ਪਾਸਪੋਰਟ ਤੇ ਲਿਖਿਆ ਹੋਇਆ ਹੈ। ਫਿਰ ਮੈਂ ਉੱਥੇ ਚਲਾ ਗਿਆ, ਉਹਨਾਂ ਨੂੰ ਜਾ ਕੇ ਮੈਂ ਸਲਾਮ ਅਲੈਕੁਮ ਹੀ ਕਿਹਾ ਜੀ। ਸਲਾਮ ਅਲੈਕੁਮ ਕਿਹਾ ਤੇ ਉਹਨਾਂ ਦਾ ਅਫਸਰ ਜਿਹੜਾ ਸੀ ਉਹ ਕਹਿੰਦਾ ਆਓ ਅੰਕਲ ਜੀ। ਉਹਨੇ ਮੈਨੂੰ, ਮੈਂ ਕਿਹਾ ਵੀ ਮੈਂ ਆਪਣਾ ਪਿੰਡ ਦੇਖਣ ਆਇਆ ਤੇ ਇੱਥੇ ਸਾਡਾ ਗੁਰਦੁਆਰਾ ਸੀ, ਮੈਂ ਮੱਥਾ ਟੇਕਣ ਆਉਂਦਾ ਰਿਹਾ ਆਪਣੀ ਮਾਂ ਨਾਲ, ਤੇ ਮੇਰਾ ਦਿਲ ਕਰਦਾ ਸੀ ਵੀ ਮੈਂ ਉੱਥੇ ਫਿਰ ਮੱਥਾ ਟੇਕਿਆ ਉਸੇ ਜਗ੍ਹਾ ਤੇ ਹੀ। ਅੱਛਾ, ਜਗ੍ਹਾ ਖਾਲੀ ਸੀ? ਜਗ੍ਹਾ ਉਹ ਖਾਲੀ ਸੀ ਤੇ ਉਹਨਾਂ ਨੇ ਕੁਝ ਆਪਣੇ ਉਸ ਬੰਨੇ ਕਮਰੇ ਕੁਮਰੇ ਰਹਿਣ ਵਾਸਤੇ ਟੈਂਪਰੇਰੀ ਬਣਾਏ ਸੀ। ਉਹਨਾਂ ਨੇ ਫਟਾਫਟ ਚਾਹ ਥਰਮੋਸ 'ਚ ਸੀਗੀ, ਬੜਾ ਵੈਲਕਮ ਕੀਤਾ ਤੇ ਕਹਿੰਦੇ ਅੰਕਲ ਜੀ ਕੋਈ ਹੋਰ ਗੱਲ? ਮੈਂ ਕਿਹਾ ਹੋਰ ਗੱਲ ਕੀ, ਤੁਸੀਂ ਦੱਸੋ ਕੋਈ ਸਾਡੇ ਪਿੰਡ ਦੀ ਯੂ 'ਚ ਰਹਿ ਰਹੇ ਹੋ ਤੁਹਾਨੂੰ? ਕਹਿੰਦੇ ਅੰਕਲ ਜੀ ਸਾਨੂੰ ਨਾ ਇੱਥੋਂ ਰਾਤ ਨੂੰ ਸਾਡੇ ਕਈ ਮੁੰਡੇ ਡਰਦੇ ਆ। ਮੈਂ ਕਿਹਾ ਫਿਰ ਉਹ ਅੱਜ ਤੋਂ ਨਹੀਂ ਡਰਨਗੇ, ਤੁਸੀਂ ਸਮੇਤ ਸੰਤਰੀ ਸਾਰੇ ਆਦਮੀ ਬੂਟ ਉਤਾਰੋ ਤੇ ਹੱਥ ਧੋਵੋ ਤੇ ਮੇਰੇ ਨਾਲ ਕੰਬਲ ਵਿਛਾ ਕੇ ਬੈਠੋ ਜੀ। ਮੈਂ ਜੀ ਉੱਥੇ ਚੌਪਈ ਸਾਹਿਬ ਦਾ ਪਾਠ ਕੀਤਾ। ਮੈਂ ਕਿਹਾ ਗੁਰੂ ਮਹਾਰਾਜ ਅਰਦਾਸ ਕੀਤੀ, ਉਹਨਾਂ ਨੂੰ ਵੀ ਖੜਾ ਕੀਤਾ, ਉਹਨਾਂ ਦੇ ਸਿਰ ਤੇ ਰੁਮਾਲ ਰਖਾਏ। ਮੈਂ ਕਿਹਾ ਇਹ ਬੱਚੇ ਬੇਸਮਝੀ ਵਿੱਚ ਮਤਲਬ ਇੱਥੇ ਬੇਅਦਬੀ ਦੇ ਸਟੈਪ ਇਹਨਾਂ ਲੈ ਲਏ, ਬੂਟ ਬਾਟ ਲਾ ਕੇ ਆਪ ਜੀ ਦੇ ਪ੍ਰਕਾਸ਼ ਸਥਾਨ ਤੇ ਘੁੰਮਦੇ ਰਹੇ ਨੇ, ਇਹਨਾਂ ਨੂੰ ਮਾਫ ਕੀਤਾ ਜਾਏ। ਤੇ ਮੈਂ ਤੁਹਾਨੂੰ ਪਤਾ ਹੀ ਹੈ ਤੁਹਾਡਾ ਹੀ ਬੱਚਾ ਇਸੇ ਪਿੰਡ ਦਾ ਵਸਨੀਕ ਆ। ਬੰਦਿਆਂ ਦੇ ਬਾਅਦ ਚ ਟੈਲੀਫੋਨ ਆਏ, ਅੰਕਲ ਜੀ ਦੁਬਾਰਾ ਕਦੋਂ ਆਉਣਾ ਤੁਸੀਂ? ਕੋਈ ਬੰਦਾ ਨਹੀਂ ਡਰਿਆ ਉਸ ਤੋਂ ਬਾਅਦ। ਅੱਛਾ ਅੱਛਾ, ਚਲੋ ਖੈਰ ਉਹ ਥੋੜਾ ਜਿਹਾ ਪਹਿਲਾਂ ਜਾਂਦੇ ਆ, 47 ਤੋਂ ਪਹਿਲਾਂ। ਹਾਂ, ਫਿਰ ਜੇ ਸਕੂਲ ਸੀਗਾ? ਸਕੂਲ ਉਹ ਕਾਂਪਰ ਜਿੱਥੇ ਮੇਰੀ ਘਰ ਵਾਲੀ ਦਾ ਘਰ ਆ, ਉਸ ਘਰ ਦੇ ਨਾਲ ਦਾ ਪ੍ਰਾਇਮਰੀ ਸਕੂਲ ਸੀ। ਉਸ ਸਕੂਲ ਮੈਂ ਗਿਆ, ਮੈਂ ਬੰਦੇ ਨਾਲ ਲੈ ਕੇ, ਉਹ ਸਾਰੇ ਬੰਦੇ ਮੇਰੇ ਨਾਲ 40-50 ਬੰਦੇ ਇਕੱਠੇ ਹੋ ਗਏ ਨਾ। ਜੀ ਜੀ ਜੀ। ਪਹਿਲਾਂ ਤੇ ਗੱਡੀ 'ਚ ਉਤਰਦੇ ਹੀ ਮੈਂ ਪੁੱਛਿਆ ਬਈ ਇੱਥੇ ਕੀ ਨਹੀਂ, ਆਪਾਂ ਇਹ ਸਫ਼ਰ ਦੀ ਗੱਲ ਬਾਅਦ ਚ ਕਰਨੀ ਹੈ। ਅੱਛਾ ਪਹਿਲਾਂ ਤਾਂ ਆਪਾਂ ਉੱਥੇ ਦੀਆਂ ਪਹਿਲਾਂ ਉੱਥੋਂ ਇੱਕ ਵਾਰੀ ਉਜੜਨ ਦੀ ਗੱਲ ਕਰੀਏ, ਅੱਛਾ ਫਿਰ ਇੱਧਰ ਬਸਣ ਦੀ ਕਰੀਏ, ਫਿਰ ਮੁੜ ਕੇ ਜਾਵਾਂਗੇ। ਸਾਡਾ Right. ਮੇਨ ਮਕਸਦ ਹੈ ਕਿ ਜਦੋਂ ਉਹ ਜਿਹੜਾ ਪਿੰਡ ਸੀਗਾ ਉਹਦੇ ਬਾਰੇ ਦੱਸੋ ਵੀ ਕੋਈ ਤੁਹਾਡੀ ਜ਼ਮੀਨ ਕਿਸ ਪਾਸੇ ਸੀ? ਸਾਡੀ ਜ਼ਮੀਨ ਉੱਥੇ ਦੋ ਪਾਸੇ ਸੀ। ਇੱਕ ਪਿੰਡ ਦੇ ਨਾਲ ਬਹੁਤ ਵੱਡਾ ਧਾਰਮਿਕ ਸਥਾਨ ਸੀ ਦੇਵਰਾ, ਉੱਥੇ ਜ਼ਮੀਨ ਸੀ ਸਾਡੀ, ਔਰ ਬਾਕੀ ਸੀ ਸਾਡੀ ਮੇਰੇ ਨਾਨਕਿਆਂ ਦੇ ਰਸਤੇ ਦੇ ਵਿੱਚ ਇਕੱਠੀ ਜ਼ਮੀਨ ਸੀ ਉੱਥੇ, ਕੋਈ 18 ਏਕੜ ਦੇ ਕਰੀਬ। ਅੱਛਾ ਹਾਂ ਜੀ। ਤੇ ਖੂਹ ਵਗੈਰਾ ਲੱਗੇ ਸੀ? ਹਾਏ ਹਾਏ, ਖੂਹ ਲੱਗੇ ਸੀ, ਲੇਕਿਨ ਉਹ ਦੋ ਖੂਹ ਸੀ ਅਲੱਗ-ਅਲੱਗ, ਕਿਉਂਕਿ ਇੱਕ ਪੈਲੀ ਤੋਂ ਦੂਜਾ ਟੁਕੜਾ ਦੂਰ ਸੀ, ਪਰ ਦੋਨੋਂ ਹੀ ਉਹ ਡੰਗਰਾਂ ਦੇ ਖਿੱਚਣ ਵਾਲੇ ਸੀ। ਉਦੋਂ ਟਿਊਬਵੈਲ ਦਾ ਰਿਵਾਜ ਨਹੀਂ ਸੀ। ਨਹੀਂ ਸੀ। ਖੂਹਾਂ ਦੇ ਨਾਂ ਰੱਖੇ ਹੁੰਦੇ ਸੀ ਉਦੋਂ, ਕਹਿੰਦੇ ਕੋਈ ਤੁਹਾਨੂੰ ਯਾਦ ਹੈ? ਆ ਮੈਨੂੰ ਯਾਦ ਹੈ, ਇੱਕ ਜਿਹੜਾ ਥੋੜੇ ਨੀਵੇਂ ਥਾਂ ਸੀ ਉਹਨੂੰ ਕਹਿੰਦੇ ਸੀ ਖੱਲ ਵਾਲਾ ਖੂਹ, ਤੇ ਦੂਜੇ ਨੂੰ ਕਹਿੰਦੇ ਸੀ ਮੈਰੇ ਵਾਲਾ ਖੂਹ। ਅੱਛਾ ਅੱਛਾ, ਨਾਂ ਰੱਖੇ ਸੀ। ਠੀਕ ਕਿਹਾ ਤੁਸੀਂ। ਤੇ ਕੋਈ ਲੰਬੜਦਾਰ ਦਾ ਨਾਂ ਯਾਦ ਹੈ ਜੀ ਉੱਥੇ? ਮੈਂ ਕਹਿੰਦਾ ਲੰਬੜਦਾਰ ਦਾ ਕੀ, ਸਾਰੇ ਪਿੰਡ ਦਾ ਨਾਂ ਯਾਦ ਨੇ, ਇੰਨੀ ਅੱਛੀ ਯਾਦਦਾਸ਼ਤ। ਤੇ ਦੱਸੋ ਹੈ ਜੀ, ਲੰਬੜਦਾਰ ਦਾ ਨਾਂ ਦੱਸ। ਬਚਿੱਤਰ ਸਿੰਘ। ਇੱਕੋ ਹੀ ਸੀ ਲੰਬੜਦਾਰ? ਇੱਕੋ ਲੰਬੜਦਾਰ ਸੀ, ਕਿਉਂਕਿ ਪਿੰਡ ਇੰਨਾ ਵੱਡਾ ਨਹੀਂ ਸੀ। ਠੀਕ। ਕੋਈ ਹੋਰ ਬੰਦਿਆਂ ਦੇ ਨਾਂ ਜਿਹੜੇ ਉਸ ਪਿੰਡ ਦੇ ਖਾਸ ਸੀਗੇ? ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ? ਸਾਡੇ ਪਿਤਾ ਜੀ ਸਰਦਾਰ ਇੰਦਰ ਸਿੰਘ, ਉਹ ਸੂਬੇਦਾਰ ਪੈਨਸ਼ਨਰਸ ਆਏ ਸੀ। ਆਇਆਂ ਨੂੰ 3 ਮਹੀਨੇ ਹੀ ਹੋਇਆ ਸੀ ਅਜੇ ਜਦੋਂ ਇਹ ਪਾਰਟੀਸ਼ਨ ਹੋ ਗਿਆ। ਅੱਛਾ, ਤੇ ਦਾਦਾ ਜੀ ਦਾ ਨਾਮ? ਹਾਕਮ ਸਿੰਘ। ਠੀਕ। ਪੜਦਾਦੇ ਦਾ ਨਾਮ ਯਾਦ ਹੈ ਜੀ? ਹਾਂ, ਪੜਦਾਦੇ ਦਾ ਨਾਮ ਸਰਦਾਰਾਂ ਵਾਲਾ ਸੀ। ਉਸ ਤੋਂ ਅਗਲਾ ਨਾਮ ਵੀ ਯਾਦ ਹੈ, ਉਹ ਇਸ ਕਰਕੇ ਯਾਦ ਹੈ ਕਿ ਮੈਂ ਇੱਧਰ ਆ ਕੇ ਆਰਮੀ 'ਚ ਭਰਤੀ ਹੋ ਕੇ ਜਦੋਂ ਹਰਿਦੁਆਰ ਗਏ
ਜੀ ਜੀ। ਉੱਥੇ ਫਿਰ ਮੈਂ ਲਿਸਟ ਕਢਾਈ ਸੀ। ਅੱਛਾ, ਤੁਹਾਡੇ ਸਿਆਲਕੋਟ ਤੋਂ ਵੀ ਲੋਕ ਹਰਿਦੁਆਰ ਜਾਂਦੇ ਸੀ? ਹਾਂਜੀ। ਨਹੀਂ ਸੌਰੀ, ਇੱਥੇ ਆ ਕੇ ਆਰਮੀ 'ਚ ਵੱਡਾ ਹੋ ਗਿਆ, ਆਰਮੀ 'ਚ ਭਰਤੀ ਹੋ ਗਿਆ, ਜੀ ਮਿਲਟ ਚਲਾ ਗਿਆ। ਮੇਰੇ ਮਾਤਾ ਜੀ ਮੇਰੇ ਨਾਲ ਗਏ, ਉਹ ਕਹਿੰਦੇ ਇੱਥੋਂ ਹਰਿਦੁਆਰ ਨੇੜੇ ਹੈ ਜੀ ਤੇ ਮੈਂ ਜ਼ਰੂਰ ਜਾਣਾ, ਹਰ ਕੀ ਪੌੜੀ ਇਸ਼ਨਾਨ ਕਰਨਾ ਹੈ। ਜੀ। ਉੱਥੇ ਫਿਰ ਉਹ ਮਿਲ ਜਾਂਦੇ ਆ ਜਿਹੜੇ ਹੁੰਦੇ ਆ ਨਾ, ਹਾਂ, ਜਿਹਨਾਂ ਕੋਲ ਰਿਕਾਰਡ ਹੁੰਦਾ। ਹਾਂ। ਮਤਲਬ ਹੈਰਾਨਗੀ ਦੀ ਗੱਲ ਇਹ ਹੈ ਕਿ ਚੌਥੀ ਪੀੜ੍ਹੀ ਦਾ ਨਾਮ ਫਿਰ ਚੌਧਰੀ ਮੱਗੋ ਆ ਗਿਆ। ਮੇਰੇ ਦਾਦੇ ਤੋਂ ਦਾਦੇ ਦਾ ਨਾਮ ਹਿੰਦੂਆਂ ਵਾਲਾ ਨਾਮ ਸੀ, ਉਹ ਹੁਣ ਤੱਕ ਮੈਨੂੰ ਯਾਦ ਹੈ, ਚੌਧਰੀ ਮੱਗੋ। ਅੱਛਾ ਇਸ ਤਰ੍ਹਾਂ ਦੇ ਨਾਲ ਜੀ 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 ਜੀ। ਤੇ ਨਾਲ ਪੜ੍ਹਨ ਵਾਲੇ ਕੋਈ, ਜਾਂ ਪਿੰਡ ਦੇ ਵਿੱਚ ਨਾਲ ਖੇਡਣ ਵਾਲੇ ਮੁਸਲਮਾਨ ਬੱਚਿਆਂ ਦੇ ਨਾਮ ਕੋਈ ਯਾਦ ਹੈ? ਮੁਸਲਮਾਨ ਬੱਚੇ ਦੇ ਹਨੀਫ ਹੋਰੀ ਸਨ, 2 ਮੁੰਡੇ। ਜਦੋਂ ਮੈਂ ਸਕੂਲ ਆਪਣੇ ਗਿਆ ਤੇ ਸਕੂਲ ਮੱਥਾ ਟੇਕ ਕੇ ਤੇ ਮੈਂ ਪਹਿਲਾ ਲਫ਼ਜ਼ ਹੀ ਬੋਲਿਆ, ਬੜੇ ਨਿਕੰਮੇ ਬੰਦੇ ਹੋ ਤੁਸੀਂ ਇਸ ਪਿੰਡ ਦੇ। ਵੀ ਯਾਰ ਕਹਿੰਦੇ ਕੀ ਗੱਲ ਸਰਦਾਰ ਜੀ ਤੁਸੀਂ? ਮੈਂ ਕਿਹਾ 5 ਕਮਰੇ ਮੈਂ ਛੱਡ ਕੇ ਗਿਆ ਸੀ, 6ਵਾਂ ਤੇ ਤੁਹਾਡੇ ਕੋਲ ਬਣਿਆ ਨਹੀਂ, ਇਸ ਕਰਕੇ ਮੈਂ ਨਿਕੰਮਾ ਕਿਹਾ ਤੁਹਾਨੂੰ, ਮਜ਼ਾਕ ਵਿੱਚ ਬੁਰਾ ਨਹੀਂ ਮੰਨਣਾ। ਜੀ 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 ਜੀ। ਇਹ ਮੈਂ ਕਿਹਾ ਉਹ ਤੀਸਰਾ ਕਮਰਾ ਜਿਹਦੇ ਤੇ ਇੰਨਾ ਘਾਹ ਜੰਮਿਆ, ਉਹਦੇ 'ਚ ਮੈਂ ਬੈਠਾ ਪੜ੍ਹਦਾ ਹੁੰਦਾ ਸੀ 3ਜੀ ਜਮਾਤ ਵਿੱਚ। ਨਾਲ ਹਨੀਫ ਹੁੰਦਾ ਸੀ। ਹਨੀਫ ਉਹਨਾਂ ਨੂੰ ਲੱਭਿਆ ਤੁਸੀਂ? ਹਨੀਫ ਮਰ ਗਿਆ ਕਹਿੰਦੇ, ਤੇ ਉਹਦੇ ਮੁੰਡੇ ਨੇ ਫਿਰ ਮੇਰੀ ਬੜੀ ਆਓ ਭਗਤ ਕੀਤੀ, ਹਨੀਫ ਦੇ ਮੁੰਡੇ ਨੇ। ਵਾਹ ਜੀ ਵਾਹ। ਉਹ ਤਾਂ ਫਟਾਫਟ ਕੇ ਆਪਣੀ ਕੁੜੀ ਨੂੰ ਕਹਿੰਦਾ, ਫਟਾਫਟ ਦੁੱਧ ਤੱਤਾ ਕਰ, ਤੇ ਤੇਰੇ ਬਾਬਾ ਜੀ ਦਾ ਨਾਲ ਦਾ ਸਟੂਡੈਂਟ ਆਇਆ ਹੈ। ਬਹੁਤ ਉਹਨਾਂ ਨੇ ਕੀਤਾ। ਅਖੀਰੀ ਮੈਨੂੰ ਖੜੇ 2-4 ਘੁੱਟ ਦੁੱਧ ਦੇ ਭਰਨੇ ਹੀ ਪਏ ਉਹਨਾਂ ਦੇ ਘਰ। ਮਤਲਬ ਉਸੇ ਪਿੰਡ ਦੇ ਸੀ ਹਨੀਫ ਹਣੀ? ਨਹੀਂ, ਉਹ ਮੇਰੇ ਸਹੁਰਿਆਂ ਦੇ ਪਿੰਡ ਦਾ ਮੁੰਡਾ ਸੀ। ਅੱਛਾ ਹਾਂ। ਵਾਹ ਜੀ ਵਾਹ। ਹੋਰ ਕੋਈ ਨਾਮ ਯਾਦ ਹੋਵੇ? ਹੋਰ ਨਾਮ ਯਾਦ ਸਨ। ਕਬੱਡੀ ਜਿਹੜੇ ਮੁੰਡੇ, ਉਦੋਂ ਅਸੀਂ ਛੋਟੇ ਹਾਂ ਤੇ ਉਹ ਵੱਡੇ ਗਰੁੱਪ 'ਚ ਸੀ, ਤੇ ਉਹ ਉਸੇ ਫੈਮਿਲੀ ਦੇ ਸਨ, ਉਹਨਾਂ ਨੂੰ ਕਸ਼ਮੀਰੀ ਕਹਿੰਦੇ ਸਨ। ਕਸ਼ਮੀਰੀ। ਹਾਂ। ਇਹ ਖਾਣ ਪੀਣ ਨੂੰ ਤਕੜੇ ਹੁੰਦੇ, ਸਿਹਤਮੰਦ ਵੀ ਹੁੰਦੇ। ਬਹੁਤ ਤਗੜੇ ਸੀਗੇ ਮੁੰਡੇ, ਉਹ ਕਬੱਡੀ ਦੇ ਪਲੇਅਰ ਸੀ। ਇਹ ਤੇ ਕੀ ਨਾਮ ਸੀ ਉਹਨਾਂ ਦੇ? ਨਾ ਥੋੜਾ ਇੱਕ ਨੂੰ ਤੇ ਖਾਨ ਕਰਕੇ ਹੀ ਕਹਿੰਦੇ ਸੀ, ਤੇ ਦੂਜਾ ਸਲੀਮ ਸੀ। ਸਲੀਮ ਨਿੱਕੇ ਨਾਂ ਹੀ ਉਹਨਾਂ ਦੇ, ਕਿਉਂਕਿ ਜੀ ਜੀ ਉਦੋਂ ਛੋਟਾ ਨਾਂ ਹੀ। ਹਾਂ। ਤੇ ਸਿਆਲਕੋਟ ਤੋਂ ਤੁਹਾਡੇ ਨੇੜੇ ਸੀ, ਤੁਸੀਂ ਦੇਖਣ ਚਲੇ ਜਾਂਦੇ ਹੋਣੇ, ਸ਼ਹਿਰ ਘੁੰਮਣ ਕਈ ਵਾਰ ਗਏ ਹੋਣਗੇ? ਮੈਂ ਗਿਆ ਮਾਂ-ਬਾਪ ਦੇ ਨਾਲ, ਕਿਉਂਕਿ 6-7 ਸਾਲ ਦਾ ਬੱਚਾ ਤੇ ਛੋਟਾ ਹੀ ਹੁੰਦਾ ਹੈ, ਤੇ ਮੈਨੂੰ ਉੱਥੇ ਗੁਰਦੁਆਰਾ ਸੀ ਗੁਰੂ ਨਾਨਕ ਸਾਹਿਬ ਦਾ, ਉਹ ਹੁਣ ਜਦੋਂ 2006 'ਚ ਗਿਆ ਮੈਂ ਫਿਰ ਦੇਖ ਕੇ ਆਇਆ। ਇੱਕ ਤਾਂ ਬੇਰੀ ਸਾਹਿਬ ਸੀ। ਬੇਰ ਸਾਹਿਬ, ਉਹੀ ਬੇਰ ਸਾਹਿਬ, ਸੇਮ ਗੁਰਦੁਆਰੇ ਮੈਂ ਗਿਆ। ਅੱਛਾ। ਹਾਂ। ਤੇ ਫਿਰ ਚਲੋ ਹੁਣ ਆਪਾਂ ਪਹਿਲਾਂ 47 ਦੀ ਗੱਲ ਕਰ ਲਈਏ, ਵੀ 47 'ਚ ਤੁਹਾਨੂੰ ਕਿੰਨਾ ਕੁ ਯਾਦ ਆ ਵੀ ਤੁਸੀਂ ਕਿਵੇਂ ਪਿੰਡ ਛੱਡਿਆ, ਕੀ ਹਾਲਾਤ ਬਣੇ, ਕੀ ਮਜਬੂਰੀਆਂ ਬਣੀਆਂ? ਦੇਖੋ ਜੀ, ਉਦਣ ਛੁੱਟੀ ਦਾ ਦਿਨ ਸੀ, ਜਿੱਦਣ ਪਹਿਲੇ ਦਿਨ ਇਹ ਕਮਸਾਨ ਹੋਇਆ ਨਾ, ਜੀ। ਤੇ ਅਸੀਂ 3-4 ਬੱਚੇ ਖੇਡ ਰਹੇ ਸੀ ਸਾਡੇ ਘਰੋਂ ਥੋੜੇ ਜਿਹੇ ਦੂਰ ਅੰਬ ਥੱਲੇ, ਤੇ ਮੇਰੀ ਮਾਂ ਉੱਥੇ ਭੱਜੀ ਗਈ ਸੀ। ਮੈਨੂੰ ਯਾਦ ਹੈ ਉਹਦੇ ਸਿਰ ਤੇ ਚੁੰਨੀ ਵੀ ਨਹੀਂ ਸੀ, ਤੇ ਉਹ ਫਟਾਫਟ ਉਹਨੇ ਜਾ ਕੇ ਮੈਨੂੰ ਕੀਤਾ, ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨਾਂ ਦੀ ਉਂਗਲ ਫੜ ਕੇ ਤੁਰ ਪਿਆ। ਮੈਂ ਕਿਹਾ ਹੋਇਆ ਕੀ ਹੈ? ਕਹਿੰਦੀ ਨੱਠ ਭੱਜ ਦਾ ਰੌਲਾ ਪੈ ਗਿਆ ਹੈ, ਅਸੀਂ ਆਪਣੇ ਪਿੰਡ ਛੱਡ ਕੇ ਜਾਣਾ, ਤੂੰ ਜਲਦੀ ਘਰ ਚੱਲ, ਤੇਰੇ ਪਿਤਾ ਜੀ ਤੇਰੇ ਨਾਲੋਂ ਵੱਡੇ ਭਰਾ ਨੂੰ ਸਿਆਲਕੋਟ ਲੈਣ ਗਏ ਹੈ ਸਾਈਕਲ ਤੇ, ਉਹ ਜਦੋਂ ਆਉਂਦੇ ਹੈ ਫਿਰ ਅਸੀਂ ਦੌੜ ਜਾਣਾ ਇੱਥੋਂ। ਤੇ ਮੈਨੂੰ ਘਰ ਬਿਠਾ ਕੇ ਮਾਂ ਨੇ ਥੋੜਾ ਪਾਣੀ ਪਿਲਾਇਆ, ਤੇ ਮੈਨੂੰ ਕਿਹਾ ਵੀ ਤੂੰ ਆਹ ਕੁੜਤਾ ਲਾ ਕੇ ਦੂਜਾ ਪਾ ਲੈ, ਤੇ ਮੈਂ ਪਾ ਲਿਆ 7 ਸਾਲ ਦਾ। ਤੇ ਮਾਂ ਨੇ ਥੋੜੇ ਜਿਹਾ ਸਮਾਨ ਬੰਨ੍ਹ ਲਿਆ, ਚੀਨੀ, ਦੇਸੀ ਘਿਓ 2 ਕਿਲੋ, ਤੇ ਚੌਲਾਂ ਦੇ 4-5 ਕਿਲੋ ਬੰਨ੍ਹ ਕੇ ਤਿਆਰ ਕਰ ਲਏ। ਇੰਨੇ ਚਿਰ ਨੂੰ ਪਿਤਾ ਜੀ ਆ ਗਏ, ਸਿਆਲਕੋਟ ਨੇੜੇ ਹੀ ਸੀ ਜੀ। ਨਾਲੇ ਉਹਨਾਂ ਨੂੰ ਵੀ ਉੱਥੇ ਛੁੱਟੀ ਹੋ ਗਈ ਸੀ। ਨਿਆਣੇ, ਇਹ 5ਵੀਂ ਜਮਾਤ ਦਾ ਸਟੂਡੈਂਟ ਸੀ, ਭੱਜ ਕੇ ਘਰ ਨੂੰ ਆ ਰਹੇ ਸੀ, ਤੇ ਰਾਹ 'ਚ ਉਹਨਾਂ ਨੂੰ ਬਿਠਾ ਕੇ ਲੈ ਆਏ ਸੀ। ਫਿਰ ਅਸੀਂ ਪੈਦਲ ਹੀ ਮਾਰਚ ਕੀਤਾ ਟੂਵਰਡ ਦਾ ਜੰਮੂ ਸਾਈਡ ਨੂੰ। ਅੱਛਾ, ਸਾਰੇ ਪਿੰਡ ਦੇ ਕੋਈ ਜਿਹਨਾਂ ਕੋਲ ਗੱਡੀ ਸੀ, ਸਾਡੇ ਘਰ ਇੱਕ ਸਾਈਕਲ ਹੀ ਸੀ ਸਿਰਫ, ਤੇ ਉਹਦੇ ਨਾਲ ਬਾਪੂ ਜੀ ਮੇਰੇ ਪਿਤਾ ਜੀ ਨੇ ਉਹ ਸਮਾਨ ਜਿਹੜਾ ਮਾਤਾ ਨੇ ਇਕੱਠਾ ਕੀਤਾ ਸੀ, ਕੋਈ ਹੈਂਡਲ ਨਾਲ ਟੰਗ ਲਿਆ, ਕੋਈ ਪਿੱਛੇ, ਤੇ ਅਸੀਂ ਸਾਰੇ ਭੈਣਾਂ ਭਰਾ ਨਾਲ ਸਾਈਕਲ ਫੜ ਕੇ ਤੁਰ ਆਏ ਜੀ। ਤੇ ਕੋਈ ਬੰਦਾ ਵੀ, ਖਾਸ ਕਰਕੇ ਲੇਡੀਜ਼ ਤੇ ਸਾਰੀਆਂ ਰੋ ਰਹੀਆਂ ਸੀ ਬਹੁਤ ਜ਼ੋਰ ਨਾਲ ਜੀ। ਤੇ ਤੁਹਾਨੂੰ ਇਹ ਪਤਾ ਸੀ ਵੀ ਹੁਣ ਮੁੜ ਕੇ ਨਹੀਂ ਆਉਣਾ? ਨਹੀਂ, ਸਾਨੂੰ ਉਹਨੇ ਦਿਨੀ ਇੰਨਾ ਕੁਝ ਪਤਾ ਨਹੀਂ ਸੀ ਭਈ ਹੁਣ ਮੁੜ ਕੇ ਨਹੀਂ ਆਉਣਾ। ਇਹ ਪਤਾ ਲੱਗਿਆ ਸਾਨੂੰ ਜਿਹੜਾ ਪਹਿਲਾ ਪਿੰਡ ਸੀ ਜੰਮੂ ਦਾ, ਉਹਦਾ ਨਾਂ ਸੀ ਅਬਦੁੱਲੀਆਂ। ਤੇ ਤੁਸੀਂ ਜਿਹੜਾ ਇਹ ਸਫ਼ਰ ਕੀਤਾ, ਕਿੰਨੇ ਕਿਲੋਮੀਟਰ ਦਾ ਸੀ ਜੰਮੂ ਦੀ ਹੱਦ ਤੱਕ? ਇਹ ਸਾਰਾ ਕੁੱਲ 13 ਕਿਲੋਮੀਟਰ ਸੀ। ਇੰਨਾ ਨੇੜੇ ਸੀਗਾ? ਨੇੜੇ ਸੀ ਅਸੀਂ ਜੰਮੂ ਤੋਂ ਕਾਫੀ।
ਇਹ ਸਿਆਲਕੋਟ ਇਹਦਾ ਮਤਲਬ ਇੰਨਾ ਨੇੜੇ ਆ ਜੰਮੂ ਤੋਂ, ਜੰਮੂ ਦੇ ਬਾਰਡਰ ਤੋਂ 14-15 ਕਿਲੋਮੀਟਰ? ਹਾਂ ਨਹੀਂ ਨਹੀਂ 14-15 ਨਹੀਂ, ਫਿਰ ਉਹ ਜ਼ਿਆਦਾ ਹੋ ਗਿਆ ਨਾ, ਕਿਉਂਕਿ ਸਾਡੇ ਪਿੰਡੋਂ ਵੀ 3 ਕੋਹ ਉਦੋਂ ਕਹਿੰਦੇ ਸਨ। ਅੱਛਾ 3 ਉਹ 20 ਦੇ ਕਰੀਬ ਹੋਏਗਾ, ਬਹੁਤ ਨੇੜੇ ਆ ਅਸੀਂ ਜੰਮੂ ਤੋਂ। ਅੱਛਾ ਰਾਹ ਦੇ ਵਿੱਚ ਕੋਈ ਖਤਰਾ, ਕੋਈ ਹਮਲਾ? ਰਾਹ 'ਚ ਕੁਝ ਨਹੀਂ ਆਇਆ। ਜਦੋਂ ਅਸੀਂ ਪਹਿਲੇ ਪਿੰਡ ਅਬਦੁੱਲੀਆਂ ਪਹੁੰਚੇ ਨਾ, ਤੇ ਉੱਥੇ ਮੇਰੇ ਪਿਤਾ ਜੀ ਦਾ ਕੋਈ ਦੋਸਤ ਸੀ, ਸਰਦਾਰ ਗੁੱਜਰ ਸਿੰਘ, ਉਹਨੇ ਸਾਨੂੰ ਪਹਿਲਾਂ ਜਾਂਦਿਆਂ ਹੀ, ਵੱਡਾ ਘਰ ਸੀ ਉਹਦਾ, ਅਕਮੋਡੇਟ ਕਰ ਲਿਆ ਸੀ ਤੇ ਇੱਥੇ ਬੈਠੋ। ਪਰ ਉਹਨਾਂ ਦੇ ਘਰ ਇੰਨੇ ਲੋਕ ਇਕੱਠੇ ਹੋ ਗਏ ਸੀ, ਸਵਾਏ ਬੈਠਣ ਤੋਂ ਕੋਈ ਹੋਰ ਜਗ੍ਹਾ ਫਿਰਨ ਤੋਂ ਵਾਸਤੇ ਨਹੀਂ। ਉਹਨਾਂ ਨੇ ਚਾਹ ਸ਼ਾਦ ਵੀ ਦਿੱਤੀ ਸਾਨੂੰ। ਤੇ ਮੇਰੀ ਮਾਂ ਨੇ ਨਾ, ਥੋੜ੍ਹੀ ਦੇਰ ਬਾਅਦ ਰੌਲਾ ਪੈ ਗਿਆ ਵੀ ਮੁਸਲਮਾਨ ਆ ਗਏ। ਉਹ ਬਾਰਡਰ ਤੱਕ ਕੋਈ ਜਲੂਸ ਕੱਢ ਰਹੇ ਸੀ ਤੇ ਕਿਰਪਾਨਾਂ ਤੇ ਉਹਨਾਂ ਕੋਲ ਡਾਂਗਾ ਡੂੰਗਾ ਫੜੀਆਂ ਹੋਈਆਂ ਸੀ। ਤੇ ਉਹ ਵੈਸੇ ਆਰਮੀ ਜਿਹੜੀ ਸੀ ਉਹਨਾਂ ਨੂੰ ਪਿੰਡ ਵੱਲ ਨਹੀਂ ਸੀ ਆਉਣ ਦਿੰਦੀ। ਉੱਥੋਂ ਮਦਰ ਤੇ ਲੋਕ ਕੁਝ ਡਰ ਗਏ ਤੇ ਮੇਰੀ ਮਦਰ ਨੇ, ਸਾਡੇ ਹੋਰ ਰਿਸ਼ਤੇਦਾਰ ਵੀ ਉਸ ਪਿੰਡ ਆ ਗਏ, ਮਾਮਾ ਜੀ ਵਗੈਰਾ। ਉਹਨਾਂ ਨੂੰ ਦੱਸਿਆ ਜਦੋਂ ਵੀ ਇੱਥੇ ਤੇ ਰਹਿਣਾ ਮੁਸ਼ਕਲ ਹੈ, ਕਿਸ ਤਰ੍ਹਾਂ ਰਾਤ ਕੱਟਾਂਗੇ। ਫਿਰ ਉਦਣ ਤੇ ਰਾਤ ਸਾਨੂੰ ਉੱਥੇ ਮਜਬੂਰਨ ਕੱਟਣੀ ਪਈ ਬਹਿ ਕੇ। ਇੱਕ ਕਮਰੇ 'ਚ ਅਸੀਂ 23-24 ਬੰਦੇ, ਜਨਾਨੀਆਂ, ਬੱਚੇ ਸੀ। ਉੱਥੇ ਰਾਤ ਕੱਟੀ। ਉਹਨਾਂ ਨੇ ਸਾਨੂੰ ਵਿਚਾਰਿਆਂ ਚੌਲ ਚੂਲ ਬਣਾ ਕੇ ਸਾਰੇ ਤੋਂ ਸਵੇਰੇ ਰਾਤ ਬਾਰਿਸ਼ ਵੀ ਹੁੰਦੀ ਰਹੀ। 1-2 ਬਜ਼ੁਰਗ ਸਨ ਜਿਹੜੇ ਚਾਰਪਾਈ ਤੋਂ ਬਗੈਰ ਨਹੀਂ ਸੀ, ਉਹਨਾਂ ਦੀ ਬੇਰੀ ਜਿਹੀ ਦੇ ਥੱਲੇ ਮੰਜੀਆਂ ਰਹੀਆਂ ਤੇ ਉਹ ਸਾਰੀ ਬਾਰਿਸ਼ 'ਚ ਉਹ ਬਜ਼ੁਰਗ ਵਿਚਾਰੇ ਬਾਹਰ ਬੈਠੇ ਰਹੇ, ਕਿਉਂਕਿ ਅੰਦਰ ਜਗ੍ਹਾ ਹੀ ਕੋਈ ਨਹੀਂ ਸੀ। ਉਸ ਤੋਂ ਬਾਅਦ ਫਿਰ ਸਵੇਰੇ ਪ੍ਰੋਗਰਾਮ ਬਣ ਗਿਆ। ਮੇਰੇ ਮਾਮਾ ਜੀ ਨੇ ਕਿਹਾ ਵੀ ਇੱਥੋਂ 13-14 ਕਿਲੋਮੀਟਰ ਇੱਕ ਹੋਰ ਪਿੰਡ ਹੈ, ਜਿਹਦਾ ਪੰਡਤਾਂ ਦਾ ਮੁੰਡਾ ਮੇਰੇ ਨਾਲ ਪੜ੍ਹਦਾ ਸੀ, ਬਲਕਿਸ਼ਨ। ਇਹ ਤੁਹਾਡੇ ਨਾਲ? ਨਹੀਂ, ਮਾਮਾ ਜੀ ਨਾਲ। ਤੁਹਾਡੇ ਮਾਮਾ ਜੀ ਦਾ? ਲਾਹੌਰ ਕਹਿੰਦਾ ਕਾਲਜ ਦੇ ਸਟੂਡੈਂਟਾਂ ਸੀ ਦੋਨੋਂ। ਤੁਹਾਡੇ ਮਾਮਾ ਜੀ ਦਾ ਕਿਹੜਾ ਪਿੰਡ ਦੱਸਿਆ ਤੁਸੀਂ? ਉਹਨਾਂ ਦਾ ਨਾਲ ਹੀ ਪਿੰਡ ਸੀ ਝੁੰਨ। ਸਾਡੇ ਪਿੰਡੋਂ ਸਿਰਫ 3 ਕਿਲੋਮੀਟਰ ਸੀ ਉਹ ਜੀ। ਉਹਨਾਂ ਨੇ ਕਿਹਾ ਵੀ ਮੇਰਾ ਕਲਾਸ ਫੈਲੋ ਲਾਹੌਰ ਪੜ੍ਹਦਾ ਰਿਹਾ, ਪੜ੍ਹਦਾ ਰਿਹਾ ਬਲਕਿਸ਼ਨ। ਤੇ ਉਹ ਸਾਡੇ ਘਰ ਵੀ ਕਈ ਵਾਰ ਆਇਆ ਹੋਇਆ, ਬਹੁਤ ਅੱਛਾ ਮੁੰਡਾ। ਉਹਨਾਂ ਦੇ ਪਿੰਡ ਚੱਲਦੇ ਆ ਜੀ। ਫਿਰ ਉੱਥੋਂ ਸਵੇਰੇ ਹੀ ਅਸੀਂ ਚਾਹ ਸ਼ਾਹ ਪੀ ਕੇ ਮਾਰਚ ਕੀਤਾ। 16-17 ਕਿਲੋਮੀਟਰ ਦੇ ਕਰੀਬ ਸੀ ਉਹ। ਤੇ ਥੋੜਾ ਰੈਸਟ ਕਰਦੇ ਸ਼ਾਮ ਨੂੰ ਅਸੀਂ ਸਾਰੇ ਲੋਕੀ ਪਹੁੰਚ ਗਏ। ਉਸ ਬੰਦੇ ਨੂੰ ਮੇਰੇ ਮਾਮਾ ਜੀ ਨੇ ਮੈਸੇਜ ਭੇਜਤਾ ਸੀ ਜੀ। ਉਹ ਸਾਨੂੰ ਆਪਣੇ ਪਿੰਡੋਂ ਬਾਹਰ ਕੋਈ 1 ਕਿਲੋਮੀਟਰ ਆ ਕੇ ਨਿਆਣੇ 2-3 ਸਾਈਕਲ ਤੇ ਬਿਠਾ ਕੇ ਲੈ ਕੇ ਗਿਆ। ਵਾਹ ਜੀ ਵਾਹ। ਬਾਲਕਿਸ਼ਨ ਜੀ? ਬਾਲਕਿਸ਼ਨ ਜੀ, ਹਾਂ। ਵਾਹ। ਫਿਰ ਉਹਨਾਂ ਨੇ ਕਿੰਨੇ ਦਿਨ ਤੁਸੀਂ ਉੱਥੇ ਰਹੇ? ਉੱਥੇ ਮੈਂ ਕਹਿੰਦਾ ਉਹਨਾਂ ਨੇ ਰਿਕਾਰਡ ਕਾਇਮ ਕਰਤਾ ਬੰਦਿਆਂ ਨੇ। ਉੱਥੇ ਅਸੀਂ ਹਫ਼ਤਾ ਕਿਤੇ ਸਾਰੇ ਲੋਕ ਰਹੇ। ਹਫ਼ਤੇ 10 ਦਿਨ ਬਾਅਦ ਰੇਡੀਓ ਤੇ ਸੁਣ ਕੇ ਜਿਹੜੇ ਹੈੱਡ ਆਫ ਦੀ ਫੈਮਿਲੀ ਸੀ, 3 ਬੰਦੇ, ਮੇਰੇ ਮਾਸੜ ਜੀ, ਮੇਰੇ ਮਾਮਾ ਜੀ ਔਰ ਮੇਰੇ ਡੈਡੀ, ਇਹ 3 ਆਦਮੀ ਹਿੰਦੁਸਤਾਨ ਆ ਗਏ ਸੀ ਸਾਨੂੰ ਉਹਨਾਂ ਦੇ ਹਵਾਲੇ ਕਰਕੇ ਜੀ। ਉਹਨਾਂ ਬੰਦਿਆਂ ਨੇ ਸਾਨੂੰ ਅਲੱਗ ਚਾਹ ਤੱਕ ਨਹੀਂ ਬਣਾਉਣ ਦਿੱਤੀ। ਇੱਕੋ ਕਿਚਨ 'ਚੋਂ ਸਾਰੇ ਲੋਕਾਂ ਨੂੰ ਸਪਲਾਈ ਹੁੰਦੀ ਰਹੀ ਹੈ। ਵਾਹ ਜੀ। ਬਾਲਕਿਸ਼ਨ ਜੀ? ਹਾਂਜੀ। ਬਾਲਕਿਸ਼ਨ ਜਿਹੜਾ ਕਿ ਵਿਚਾਰਾ ਹੁਣ ਉਹਦੇ ਮੈਂ ਉਹ ਤੁਹਾਡੇ ਤੋਂ ਪੂਰੀ ਕਹਾਣੀ ਸੁਣਨੀ ਆ। ਉਹ ਤਾਂ ਬਹੁਤ ਵੱਡੀ ਗੱਲ, ਉਹ ਵੱਡੀ ਗੱਲ ਆ। ਉੱਧਰ ਨਹੀਂ ਜਾਣਾ ਅਜੇ। ਤੇ ਅੱਛਾ, ਫਿਰ ਉੱਥੇ ਕਿੰਨੇ ਦਿਨ ਰਹੇ ਜੀ? 1 ਮਹੀਨਾ 17 ਦਿਨ। ਕਿੰਨੇ ਬੰਦੇ ਜੀ? ਲਗਭਗ ਜਿਹੜੇ ਮਤਲਬ ਦੁੱਧ ਪੀਂਦੇ 2 ਨਿਆਣੇ ਸੀ, ਉਹਨਾਂ ਨੂੰ ਪਾ ਕੇ ਹੋ ਹੀ ਜਾਂਦੇ ਸੀ 19 ਕੁ ਲੋਕ। ਅੱਛਾ, ਉੱਥੇ ਰਹੇ 1 ਮਹੀਨਾ 17 ਦਿਨ। ਉਸ ਤੋਂ ਬਾਅਦ ਫਿਰ ਕਿੱਥੇ ਗਏ? ਉਸ ਤੋਂ ਬਾਅਦ ਜਦੋਂ ਸਾਡੇ ਬੰਦੇ ਉੱਧਰੋਂ 20 ਦਿਨ ਬਾਅਦ ਹਿੰਦੁਸਤਾਨ 'ਚੋਂ ਆ ਗਏ, ਅਸੀਂ ਕਿਉਂਕਿ ਪਿੱਛੋਂ 3 ਅਲੱਗ-ਅਲੱਗ ਪਿੰਡਾਂ ਦੇ ਸਾਂ, 3 ਨੂੰ ਅਲੱਗ-ਅਲੱਗ ਹਿੰਦੁਸਤਾਨ 'ਚ ਜਗ੍ਹਾ ਪਿੰਡ ਉਹਨਾਂ ਨੇ ਲਾਟ ਕੀਤੇ। ਤਿਲਕਪੁਰ ਵਾਲਿਆਂ ਨੂੰ ਫਲਾਣਾ ਪਿੰਡ ਹੈ, ਭੈਣੀ ਵਾਂਗਰ ਜਿੱਥੇ ਹੁਣ ਅਸੀਂ ਰਹਿੰਦੇ ਹਾਂ ਜੀ। ਚੁੰਨਾ ਵਾਲਿਆਂ ਨੂੰ ਔਲਖਬੇਰੀ ਹੈ, ਮੇਰੇ ਮਾਸੜ ਜੀ ਦਾ ਪਿੰਡ ਹੋਰ ਸੀ ਰਾਮੂ ਚੱਕ, ਉਹਨਾਂ ਨੂੰ ਪਠਾਨਕੋਟ। ਇਸ ਤਰ੍ਹਾਂ ਕਰਕੇ ਫਿਰ ਅਸੀਂ ਉੱਥੋਂ ਚੱਲੇ ਇਕੱਠੇ। ਫਿਰ ਗੁਰਦਾਸਪੁਰ ਆ ਕੇ ਅਲੱਗ-ਅਲੱਗ ਆਪਣੇ ਰਸਤੇ ਬਦਲ ਲਏ। ਠੀਕ ਹੈ ਜੀ। ਫਿਰ ਤੁਹਾਨੂੰ ਜਿਹੜੀ ਜ਼ਮੀਨ ਪਈ ਉਹ ਪਈ ਕਿਹੜੇ ਪਿੰਡ ਜੀ? ਭੈਣੀ ਵਾਂਗਰ ਪਿੰਡ ਹੈ ਜੀ, ਮਿਰਜ਼ਾ ਕਾਦੀਆਂ ਦੇ ਨੇੜੇ। ਉੱਥੇ ਪਈ ਸਾਨੂੰ। ਸਾਰਾ ਪਿੰਡ ਉੱਥੇ ਸਮਾ ਗਿਆ ਬਸ? ਨਹੀਂ, ਕੁਛ ਲੋਕ, ਕਿਉਂਕਿ ਇਹ ਸ਼ਰਾਰਤ ਸੀ ਜਾਂ ਕਹਿੰਦੇ ਸਾਡੀ ਨੂੰ ਕਹਿੰਦੇ ਸੀ ਤੁਹਾਡੀ ਉਧਰ ਜ਼ਮੀਨ ਜਿਹੜੀ ਸੀ ਉਹਦਾ 4 ਆਨੇ ਮੁੱਲ ਪਿਆ, ਇੱਥੇ ਵਾਲੀ ਦਾ ਖਰੇ ਕਿੰਨਾ ਮੁੱਲ ਪਿਆ। ਸਾਨੂੰ 18 ਕਿੱਲਿਆਂ ਦੀ ਬਜਾਏ ਇੱਧਰ ਆ ਕੇ 7.5 ਕਿੱਲੇ ਮਿਲੀ ਸੀ। ਇੰਨੀ ਘੱਟ ਮਿਲੀ ਸੀ। ਭੈਣੀ ਬਾਂਗਰ ਪਿੰਡ ਕਹਿੰਦੇ ਇਹ ਸ਼ਹਿਰੀ ਪਿੰਡ ਆ, ਇਹ ਹਿੰਦੁਸਤਾਨ ਦੀ ਜ਼ਮੀਨ ਦੀ ਵੈਲਿਊ ਜ਼ਿਆਦਾ ਹੈ। ਇਹ ਮਾਰ ਪਹਿਲੀ ਚੜ੍ਹ ਗਈ ਸਾਨੂੰ ਇੱਧਰ ਆ ਕੇ। ਅੱਛਾ। ਫਿਰ ਤੁਸੀਂ ਉੱਥੇ, ਤੁਹਾਡਾ ਬਚਪਨ, ਜਵਾਨੀ ਉੱਥੇ ਬੀਤੀ ਉਹ ਭੈਣੀ ਬਾਂਗਰ 'ਚ? ਹਾਂ, ਜ਼ਿਆਦਾ ਨਹੀਂ। ਮੈਂ 19 ਕੁ ਸਾਲ ਦੇ ਨੇ ਆਰਮੀ ਜੁਆਇਨ ਕਰ ਲਈ ਸੀ।
ਘਰ ਦੀ ਗਰੀਬੀ ਹਾਲਤ ਦੇਖ ਕੇ ਨਾ, ਕਿਉਂਕਿ ਪੈਲੀ ਬਹੁਤ ਘੱਟ ਮਿਲੀ, ਪਿਤਾ ਜੀ ਪੈਨਸ਼ਨ ਆ ਗਈ ਸੀ, ਪੈਨਸ਼ਨਾਂ ਉਸ ਵਕਤ ਬਹੁਤ ਥੋੜ੍ਹੀਆਂ ਸਨ। ਥੋੜ੍ਹੀਆਂ ਸੀ। ਤੋ ਇਮੀਡੀਏਟਲੀ ਮੈਂ ਜੁਆਇਨ ਕਰ ਲਈ ਆਰਮੀ। ਫਿਰ ਮੈਂ 15 ਕੁ ਸਾਲ ਆਰਮੀ 'ਚ ਕੰਮ ਕੀਤਾ, ਵਿੱਚ ਉਹ ਵੀ ਛੱਡਤੀ ਫਿਰ ਮੈਂ। ਜੀ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਮੋਹਾਲੀ ਆ ਗਏ। ਹਾਂ, ਆਰਮੀ ਤੋਂ ਬਾਅਦ ਜਦ ਮੈਂ ਸੋਚਿਆ, ਕਿਉਂਕਿ ਉਹ 7.5 ਕਿੱਲਿਆਂ 'ਚੋਂ ਫਿਰ ਮੇਰੇ ਚਾਚੇ ਨੂੰ ਵੀ ਦੇਣੀ ਪਈ, ਉਹ ਕੁਛ ਵੀ ਨਹੀਂ ਰਹਿ ਗਈ ਕਨਾਲਾਂ 'ਚ ਹੀ। ਜਿਸ ਕਰਕੇ ਮੈਂ ਕਿਹਾ ਪਿੰਡ ਕੀ ਕਰਾਂਗੇ, ਐਵੇਂ ਲੜਦੇ ਰਹਾਂਗੇ ਭਰਾਵਾਂ ਨਾਲ। ਫਿਰ ਮੈਂ ਪੈਨਸ਼ਨ ਆਉਣ ਤੋਂ ਬਾਅਦ ਇੱਥੇ ਸ਼ਿਫਟ ਕਰ ਲਿਆ ਕਿ ਬੱਚੇ ਐਜੂਕੇਸ਼ਨ ਵੀ ਅੱਛੀ ਲੈਣਗੇ ਜੀ, ਅਤੇ ਨਾਲੇ ਥੋੜ੍ਹਾ ਇੱਥੇ ਕੋਈ ਮੈਂ ਹੋਰ ਵਪਾਰ ਟਾਈਪ ਕੀਤਾ ਵਪਾਰ ਜੀ ਫਿਰ। ਹਾਂ, ਮੈਂ ਤੇ ਤੂੜਾਂ ਪੁੱਟਤੀਆਂ ਵਪਾਰ ਵਾਲੀਆਂ, ਸੀਮਿੰਟ ਦੀ ਏਜੰਸੀ ਲਈ। ਅੱਛਾ। ਔਰ ਨਾਲ ਦੂਜੀਆਂ ਆਈਟਮਾਂ ਜਿਹੜੀਆਂ ਬਿਲਡਿੰਗ ਬਣਨ 'ਚ ਉਹ ਸਾਰੀਆਂ ਰੱਖੀਆਂ, ਆਫਿਸ ਬਣਾਇਆ ਆਪਣਾ। ਅੱਛਾ, ਅਤੇ ਪਿੰਡ ਨੂੰ ਵੀ ਯਾਦ ਕਰਦੇ ਰਹੇ ਇਹਨਾਂ ਜੀ। ਪਿੰਡ ਤਾਂ ਮੈਂ ਕੋਈ ਸਾਡਾ ਡੰਗਰ ਬਿਮਾਰ ਹੋ ਜਾਏ ਤਾਂ ਵੀ ਭੱਜ ਜਾਂਦਾ ਫਟਾਫਟ ਦੇਖਣ ਵਾਸਤੇ। ਪਿੰਡ ਨੂੰ ਤੇ ਬਹੁਤ ਯਾਦ ਕਰੀਦਾ ਹੈ, ਇਸ ਨੂੰ ਵੀ ਪੁਰਾਣੇ ਨੂੰ ਵੀ। ਅਤੇ ਪੁਰਾਣੇ ਪਿੰਡ ਨੂੰ ਫਿਰ ਵੇਖਣ ਦਾ ਮੌਕਾ ਕਦੋਂ ਮਿਲਿਆ? ਪੁਰਾਣੇ ਪਿੰਡ ਨੂੰ ਤਾਂ ਇਸੇ ਸਾਲ ਮਾਰਚ ਵਿੱਚ ਮੌਕਾ ਮਿਲਿਆ ਨਾ। ਮੈਂ ਇੱਧਰ ਆ ਗਿਆ, ਜਿਹੜਾ ਹੁਣ ਗਿਆ ਸਨਵੰਤ, ਉਹ ਮਿਲਿਆ 2006 'ਚ। 2006 ਜੀ। ਹਾਂਜੀ ਹਾਂਜੀ। ਉਹ ਪੂਰਾ ਸਫ਼ਰ ਸੁਣਾਓ, ਇੱਥੋਂ ਤੁਰਨ ਤੋਂ ਲੈ ਕੇ ਮੁੜਨ ਤੱਕ। ਹਾਂ, ਉਹ ਪੂਰਾ ਤਫਸੀਲ ਨਾਲ। ਮੈਂ ਮੋਹਾਲੀ ਆਉਣ ਤੋਂ ਬਾਅਦ ਬਿਲਡਿੰਗ ਮਟੀਰੀਅਲ ਤੋਂ ਨਾਲ ਥੋੜ੍ਹਾ ਪ੍ਰਾਪਰਟੀ ਦਾ ਕੰਮ ਵੀ ਕੀਤਾ ਸੀ। ਪ੍ਰਾਪਰਟੀ ਦੇ ਕਨੈਕਸ਼ਨ 'ਚ ਮੈਨੂੰ ਦਿੱਲੀ ਜਾਣਾ ਪਿਆ ਜੀ। ਦਿੱਲੀ ਜਿਹੜੀ ਮੀਟਿੰਗ ਸੀ ਉਹ ਕੈਂਸਲ ਹੋ ਗਈ, ਕਹਿੰਦੇ ਜੀ ਕੱਲ੍ਹ ਹੋਏਗੀ। ਵਿਹਲਾ ਟਾਈਮ ਦੇਖ ਕੇ ਮੈਂ ਆਪਣੇ ਨਾਲ ਦੇ ਨੂੰ ਕਿਹਾ, ਯਾਰ ਪਾਕਿਸਤਾਨ ਅੰਬੈਸੀ 'ਚ ਚੱਲੀਏ, ਸ਼ਾਇਦ ਕੋਈ ਸਿਆਲਕੋਟੀਆ ਮਿਲ ਜੇ। ਵਾਹ ਜੀ ਵਾਹ, ਇੰਨਾ ਮਾਣ ਸੀ ਸਿਆਲਕੋਟੀਆਂ 'ਤੇ। ਉੱਥੇ ਮੈਂ ਗਿਆ ਤੇ ਖਿੜਕੀ ਦੇ ਉੱਤੇ ਮੈਂ ਕਿਹਾ ਵੀ ਜਿਹੜਾ ਅੰਬੈਸਡਰ ਹੈ ਉਹਦਾ ਕੀ ਨਾਂ ਹੈ? ਕਹਿੰਦੇ ਜੀ ਉਹਦਾ ਨਾਂ ਹੈ ਮੁਹੰਮਦ ਸੈਯਦ ਪੱਟੀ। ਮੈਂ ਕਿਹਾ ਕੋਈ ਥੋੜ੍ਹਾ ਬਹੁਤਾ ਯਾਦ ਹੈ ਭਈ ਉਹ ਕਿਹੜੇ ਇਲਾਕੇ ਦਾ ਪਾਕਿਸਤਾਨ? ਕਹਿੰਦੇ ਉਹ ਸਿਆਲਕੋਟੀਆ ਮੁੰਡਾ ਜੀ। ਉਹਨਾਂ ਨੇ ਇਹ ਗੱਲ ਕਹਿ ਦਿੱਤੀ। ਵਾਹ ਜੀ ਵਾਹ। ਮੈਂ ਕਿਹਾ ਚਿੱਟ ਬਣਾਓ ਬਈ। ਬਣਾਓ ਵੀ, ਇਹ ਤਾਂ ਆਪਣਾ ਬੰਦਾ ਨਿਕਲਿਆ। ਉਹਨਾਂ ਨੇ ਲਿਖਤਾ, ਮੇਰਾ ਨਾਂ ਲਿਖ ਕੇ ਤੇ ਨਾਲ ਸਿਆਲਕੋਟ ਲਿਖ ਕੇ ਤੇ ਚਿੱਟ ਅੰਦਰ ਭੇਜੀ। ਜਦੋਂ ਉਹਨਾਂ ਨੇ ਇੱਕ 6 ਫੁੱਟ ਲੰਬਾ ਕਾਲੀ ਵਰਦੀ ਵਾਲਾ ਇੰਸਪੈਕਟਰ ਭੇਜਿਆ ਕਿ ਹਰਬੰਸ ਸਿੰਘ ਅੰਕਲ ਗੇਟ 'ਤੇ ਬੈਠੇ ਆ, ਉਹਨਾਂ ਨੂੰ ਇੱਜ਼ਤ ਦੇ ਨਾਲ ਅੰਦਰ ਲੈ ਗਿਆ। ਜਦੋਂ ਮੈਂ ਅੰਬੈਸਡਰ ਦੇ ਕੋਲ ਗਿਆ, ਅੰਬੈਸਡਰ ਉੱਠ ਕੇ, ਜਵਾਨ ਮੁੰਡਾ ਸੀ ਮੇਰੇ ਨਾਲ ਬੜੀ ਘੱਟ ਉਮਰ ਦਾ, ਅਤੇ ਬਾਹਰ ਆ ਕੇ ਆਪਣੇ ਦਰਵਾਜ਼ੇ 'ਚ ਮੈਨੂੰ ਨੀਵਾਂ ਹੋ ਕੇ ਫਤਿਹ ਬੁਲਾ ਕੇ ਤੇ ਅੰਦਰ ਲੈ ਕੇ ਗਿਆ ਬਹੁਤ ਰਿਸਪੈਕਟ ਨਾਲ। ਅਤੇ ਉਹਦੇ ਨਾ ਆਪਣੇ ਟੇਬਲ ਦੇ ਕੋਲੇ ਸੋਫੇ ਪਏ ਸੀ, ਉੱਥੇ ਫਿਰ ਬਿਠਾਇਆ। ਫਿਰ ਕਾਫੀ ਇਹ ਉਹ ਗੱਲਾਂ, ਅੰਕਲ ਜੀ ਪਿੰਡ ਦਾ ਨਾਂ ਦੱਸੋ? ਮੈਂ ਕਿਹਾ ਨਾ ਉਹ ਅੰਕਲ ਨਹੀਂ ਕਹਿੰਦੇ, ਪਾਕਿਸਤਾਨ ਵਾਲੇ ਚਾਚਾ ਕਹਿੰਦੇ ਆ। ਅੱਛਾ ਅੱਛਾ। ਮੈਂ ਦੱਸਿਆ ਨਾ। ਫਿਰ ਇੱਕ ਵਾਰੀ ਕਹਿੰਦਾ ਉੱਠ ਕੇ ਜੱਫੀ ਪਾਈ ਮੇਰੇ ਨਾਲ। ਜਦੋਂ ਪਿੰਡ ਦਾ ਨਾਂ ਦੱਸਿਆ? ਹਾਂ। ਫਿਰ ਮੈਂ ਕਿਹਾ ਤੈਨੂੰ ਹੋਰ ਯਕੀਨ ਦਿਲਾਨਾ, ਮੈਂ ਪਾਸਪੋਰਟ ਦੱਸਿਆ ਤੇ ਉਹਦੇ 'ਤੇ ਵੀ ਲਿਖਿਆ ਹੁੰਦਾ ਨਾ ਤੇਰਾ ਬਰਥ ਕਿੱਥੇ ਹੋਇਆ ਹੈ। ਇੰਨਾ ਖੁਸ਼ ਹੋਇਆ ਤੇ ਕਹਿੰਦਾ ਮੇਰੇ ਲੱਗ ਸੇਵਾ ਦੱਸੋ ਕੋਈ। ਮੈਂ ਕਿਹਾ ਸੇਵਾ ਤੇ ਦੱਸਣਾ ਇਹ ਆ ਬਈ। ਮੈਂ ਉਹਨੂੰ ਬੇਟਾ ਬੇਟਾ ਕਰਕੇ ਗੱਲ। ਕਹਿੰਦੇ ਕੀ ਸੇਵਾ? ਮੈਂ ਕਿਹਾ ਆਪਣਾ ਪੁਰਾਣਾ ਘਰ ਦੇਖਣ ਨੂੰ ਜੀ ਕਰਦਾ ਜਿੱਥੇ ਮੈਂ ਪੈਦਾ ਹੋਇਆ। ਕਹਿੰਦਾ ਪਾਸਪੋਰਟ ਬਣਾਇਆ? ਮੈਂ ਕਿਹਾ ਆਹ ਪਾਸਪੋਰਟ ਹੀ ਹੈ। ਉਹਨੇ ਫਟਾਫਟ ਪੀਏ ਨੂੰ ਬੁਲਾਇਆ। ਕਹਿੰਦਾ ਜਿੰਨੇ ਪਾਕਿਸਤਾਨ ਦੇ ਸ਼ਹਿਰਾਂ ਦੇ ਅੰਕਲ ਨਾਂ ਦੱਸੀ ਜਾਂਦਾ ਚਾਚਾ, ਉਹ ਭਰ ਕੇ ਇਹਨਾਂ ਦਾ ਠੱਪਾ ਲਾ ਕੇ ਫਾਰਮ ਲਿਆਓ, ਮੈਂ ਸਾਈਨ ਕਰਾਂ। ਉਸੇ ਵੇਲੇ ਉਹਨਾਂ ਨੇ ਮੈਨੂੰ ਬਣਾ ਕੇ ਕਹਿੰਦੇ, ਮੈਂ ਕਿਹਾ ਜੀ ਇਸ ਤੋਂ ਇਲਾਵਾ ਮੈਂ ਗੁਰਦੁਆਰਿਆਂ 'ਚ, ਕਹਿੰਦੇ ਠੀਕ ਹੈ ਤੁਸੀਂ ਪਹਿਲਾਂ ਲਾਹੌਰ ਜਾਓਗੇ, ਉੱਥੇ ਬਕਾਇਦਾ ਮੇਰਾ ਮੈਸੇਜ ਪਾਸ ਕੀਤਾ ਹੋਏਗਾ, ਤੁਹਾਨੂੰ ਡਰਾਈਵਰ ਮਿਲੇਗਾ, ਗੱਡੀ ਜਿੱਥੇ ਵੀ ਕਹੋਗੇ ਘੁਮਾਵਾਂਗਾ ਮੈਂ, ਮੇਰੀ ਜ਼ਿੰਮੇਵਾਰੀ ਹੈ। ਉਹ ਫਿਰ ਉਸ ਬੰਦੇ ਨੂੰ ਮੈਂ ਭੁੱਲ ਨਹੀਂ ਸਕਦਾ। ਵਾਹ। ਹਾਂ, ਉਹਨੇ ਮੇਰਾ ਸਾਰਾ ਰੇਂਜ, ਜਿੱਥੇ ਮੈਂ ਜਾਵਾਂ ਉੱਥੇ ਹੀ ਗੱਡੀ ਖੜੀ ਤੇ ਸਲੂਟ ਮਾਰਦੇ ਸੀ। ਤਾਂ ਹੀ ਤਾਂ ਪਿੰਡ ਇਕੱਠਾ ਹੋ ਗਿਆ ਨਾ ਸਾਰਾ। ਜਦੋਂ ਪਿੰਡ ਪਹੁੰਚਿਆ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ। ਮੈਂ ਕਿਹੜੇ ਕਿਹੜੇ ਪਿੰਡ ਵੇਖੇ ਉੱਧਰ? ਪਿੰਡ ਤਾਂ ਮੈਂ ਐਵੇਂ ਗੱਪ ਮਾਰਾਂ, ਸਿਰਫ ਆਪਣਾ ਤੇ ਆਪਣਾ ਜਿਹੜਾ ਘਰ ਵਾਲੀ ਦਾ ਪਿੰਡ ਆ, ਕਿਉਂਕਿ ਉੱਥੇ ਮੈਂ ਪੜ੍ਹਦਾ ਸਾਂ। ਠੀਕ ਹੈ। ਔਰ ਹੈ ਵੀ ਬਹੁਤ ਨੇੜੇ ਸੀ, ਅੱਧਾ ਕਿਲੋਮੀਟਰ ਦਾ ਫਰਕ ਸੀ। ਜਿਹੜਾ ਤੁਹਾਡਾ ਆਪਣਾ ਘਰ ਸੀ ਉਹ ਤਾਂ ਢੱਠ ਗਿਆ ਹੋਣਾ, ਉਹ ਤਾਂ ਨਵਾਂ ਬਣ ਗਿਆ ਹੋਣਾ। ਉਹ ਤਾਂ ਮੈਂ ਮੱਥੇ ਤੇ ਹੱਥ ਮਾਰੇ ਜਾ ਕੇ, ਸਾਰਾ ਨਾਮ ਨਵਾਂ ਨਹੀਂ ਬਣਿਆ ਜੀ ਹੋਈ। ਉਹ ਕਹਿੰਦੇ ਅੰਕਲ ਜੀ ਸਾਨੂੰ ਦੋਸ਼ ਨਾ ਦਿਓ ਪਿੰਡ ਵਾਲੇ, ਇਹ ਤੁਹਾਡੀ ਆਰਮੀ ਦੀ ਕਰਤੂਤ ਹੈ। ਬੰਬਾਰਮੈਂਟ ਹੋਈ ਸੀ 66 'ਚ, ਕਰੇ ਕਿਹੜਾ ਸਾਲ ਦੱਸਿਆ?
ਸਾਡੇ ਪਿੰਡ ਦਾ ਕਿਉਂਕਿ ਬਾਰਡਰ ਦੇ ਨੇੜੇ ਹੋਣ ਕਰਕੇ ਮਲੀਆ ਮੇਟ ਹੋ ਗਿਆ ਸੀ। ਅੱਛਾ। ਤੇ ਅਸੀਂ ਫਿਰ ਸੋਚਿਆ, ਸਰਪੰਚ ਮੈਨੂੰ ਕਹਿੰਦਾ ਸੀ, ਵਕੀਲ ਸੀ ਸਰਪੰਚ, ਚੌਧਰੀ ਲਿਖਦਾ ਸੀ ਉਹ ਵੀ, ਸਿਆਲਕੋਟ, ਅਜੇ ਵੀ ਮੈਂ ਉਹਦੇ ਨਾਲ। ਉਹ ਕਹਿੰਦਾ ਫਿਰ ਅਸੀਂ ਸੋਚਿਆ, ਮੈਂ ਹੀ ਪਿੰਡ ਵਾਲੇ ਨੂੰ ਕਿਹਾ ਵੀ ਆਪਾਂ ਹੁਣ ਥੋੜ੍ਹੇ ਜਿਹੇ ਰੋਡ ਤੋਂ ਹਟਵੇਂ ਸੀ, ਰੋਡ ਤੇ ਆ ਜੰਨੇ ਆ, ਪਿੰਡ ਤੇ ਬਰਬਾਦ ਹੋਇਆ ਹੀ ਹੈ। ਫਿਰ ਅਸੀਂ ਆ ਕੇ ਉਹੀ ਮਕਾਨ ਤੁਹਾਡੇ ਵਾਲੇ ਤੇ ਉਹਨਾਂ ਦਾ ਮਲਬਾ ਲੈ ਕੇ ਕੁਝ ਹੋਰ ਖਰੀਦ ਕੇ ਇੱਥੇ ਸੈਟਲ ਹੋਇਆ ਰੋਡ ਦੇ ਉੱਤੇ। ਬਲਕਿ ਮੈਨੂੰ ਤੇ ਆਪਣੀਆਂ ਪੈਲੀਆਂ, ਦਰਖਤ ਵਗੈਰਾ ਮੈਂ ਲੱਭਦਾ ਰਿਹਾ, ਉਹ ਵੀ ਨਹੀਂ ਮਿਲੇ, ਖੂਬ ਨਹੀਂ ਮਿਲੇ, ਕਿਉਂਕਿ ਮਰਬੇਬੰਦੀ ਹੋ ਕੇ। ਹਾਂਜੀ। ਅੱਛਾ, ਮੈਂ ਸੱਜਣ ਮਿੱਤਰ ਕਿਹੜਾ ਮਿਲਿਆ ਜਿਹੜਾ ਪੁਰਾਣਾ ਜਾਣਦਾ ਹੋਵੇ? ਪੁਰਾਣਾ ਤੇ ਮੈਨੂੰ ਉਹ ਜਿਹੜਾ ਹਨੀਫ ਦੇ ਬੱਚੇ ਹੀ ਮਿਲੇ ਜ਼ਿਆਦਾਤਰ। ਉਹਦੇ ਘਰ ਵਾਲੀ ਵੀ ਬੋਲੀ ਤੇ ਮੰਜੇ ਤੇ ਬੈਠੀ ਸੀ, ਹਨੀਫ ਵਾਲੀ, ਉਹ ਵੀ ਨਹੀਂ। ਉਹਨੂੰ ਉਹਨਾਂ ਨੇ ਕੰਨ 'ਚ ਦੱਸਿਆ, ਪਰ ਉਹ ਇੱਦਾਂ ਹੱਥ ਮਾਰ ਕੇ ਕਹਿੰਦੀ, ਉਹਨੇ ਮੇਰੇ ਵੱਲ ਦੇਖ ਕੇ ਐਨਕ ਲਾਈ ਸੀ, ਐਂ ਜ਼ਰੂਰ ਕੀਤਾ, ਹੋਰ ਕੁਝ ਨਹੀਂ। ਮਤਲਬ ਜੇ ਹਨੀਫ ਦੀ ਪੋਤੀ ਨੇ ਮੈਂ ਦੁੱਧ ਦਾ ਗਰਮ ਕਰਕੇ ਫਟਾਫਟ ਪਿਆਇਆ। ਹਨੀਫ ਨਾਲ ਕਿੰਨਾ ਕੁ ਪਿਆਰ ਹੁੰਦਾ ਸੀ? ਹਾਂਜੀ, ਹਨੀਫ ਨਾਲ ਕਿੰਨਾ ਕੁ ਪਿਆਰ ਸੀ? ਕਿੰਨੀਆਂ ਕੁ ਯਾਦਾਂ ਹਨੀਫ ਉਹਨਾਂ ਦੀਆਂ? ਉਦੋਂ ਡੈਕਸ ਨਹੀਂ ਸੀ ਹੁੰਦੇ ਤੇ ਤੱਪੜ ਦੇ ਉੱਤੇ ਮੇਰੇ ਅੱਗੇ ਹਨੀਫ ਹੁੰਦਾ ਸੀ ਤੇ ਉਹਦੇ ਨਾਲ ਹੀ ਮੈਂ ਪਿੱਛੇ ਮੈਂ ਬੈਠਾ ਹੁੰਦਾ ਹਾਂ। ਤੇ ਪੰਜਾਬੀ ਬੋਲੀ ਸੀ, ਉਹ ਸਾਡੇ ਘਰ ਵੀ ਖੇਲਣ ਆ ਜਾਂਦਾ ਸੀ, ਨੇੜੇ ਹੋਣ ਕਰਕੇ। ਮੈਂ ਉਹਨਾਂ ਦੇ ਘਰ ਉਹਦੀ ਮਾਂ ਕੋਲੋਂ ਬੜੇ ਵਾਰੀ ਮੈਂ ਕੁੱਟ ਵੀ ਖਾਧੀ ਤੇ ਦੁੱਧ ਵੀ ਪੀਤਾ ਉਹਨਾਂ ਦੇ ਘਰ, ਬਹੁਤ ਪਿਆਰ ਸੀ। ਤੁਸੀਂ ਫਿਰ ਆਪਣਾ ਸਕੂਲ ਵੀ ਵੇਖਿਆ ਨਾ ਜੀ ਉੱਥੇ? ਸਕੂਲ ਦੇਖ ਕੇ ਫਿਰ ਮੈਂ ਕਿਹਾ ਵੀ ਮੈਂ ਹਨੀਫ ਹੋਰਾਂ ਦੇ ਘਰ ਜਾਣਾ ਹੈ। ਤੇ ਜਾ ਰਹੇ ਸੀ ਨਾ, ਰਸਤੇ 'ਚ ਇੱਕ ਦੁਕਾਨ ਸੀ ਜਿੱਥੋਂ ਅਸੀਂ ਨਾ ਆਮ ਬੱਚੇ ਮਰੁੰਡਾ ਵਗੈਰਾ, ਮੂੰਗਫਲੀ ਲੈ ਕੇ ਖਾਂਦੇ ਹਾਂ। ਉੱਥੇ ਮੈਂ ਖਲੋ ਗਿਆ, ਕਹਿੰਦੇ ਕਿ, ਮੈਂ ਕਿਹਾ ਇਹਦੇ ਦਰਵਾਜ਼ਾ ਕਾਲਾ ਜਿਹਾ ਵੀ ਉਹੀ ਹੈ ਤੇ ਪਿੱਤਲ ਦੇ ਕੋਕੇ ਲੱਗੇ ਹੋਏ, ਮੈਨੂੰ ਯਾਦ ਆ ਗਿਆ। ਤੇ ਦੁਕਾਨਦਾਰ ਦਾ ਨਾਮ ਵੀ ਦੱਸ ਦਿੱਤਾ ਤੇ ਬੜੇ ਖੁਸ਼ ਹੋਏ। ਉਹ ਕਹਿੰਦੇ ਦੇਖੋ ਦੁਕਾਨਦਾਰ ਦਾ ਹੈ, ਦੁਕਾਨਦਾਰ ਦਾ ਕੀ ਨਾਂ ਸੀ? ਉਹਦਾ ਨਾਂ ਹੀ ਸਾਰਾ ਨਾਂ ਹੀ ਉਹਦਾ ਜੁਨੇਦ ਅਲੀ ਖਾਨ। ਅੱਛਾ ਜੀ। ਉਹ ਕਹਿੰਦੇ ਦੁਕਾਨ ਅਜੇ ਵੀ ਉਸੇ ਦੀ ਹੈ, ਪਰ ਉਹ ਸਾਰੇ ਮਰ ਮੁਰ ਗਏ ਆ। ਜਿਹੜਾ ਇੱਕ ਦੋ ਹੈ ਉਹ ਦੂਜੇ ਮੁਲਕਾਂ 'ਚ ਚੱਲ ਗਏ ਆ ਤੇ ਉਹ ਬੰਦ ਕਰਕੇ ਗਏ ਆ। ਹਾਂ, ਜੁਨੇਦ ਅਲੀ ਖਾਨ ਮੈਨੂੰ ਯਾਦ ਆ ਗਿਆ ਜੀ। ਅਸੀਂ ਤੇ ਉਹਨੂੰ ਵੈਸੇ ਜ਼ਿਆਦਾ ਉਮਰ ਦਾ ਕਰਕੇ ਚਾਚਾ ਹੀ ਕਹਿੰਦੇ ਹਾਂ। ਤੇ ਉਹ ਇਸ ਕਰਕੇ ਮੈਨੂੰ ਇਹੋ ਜਿਹੀਆਂ ਗੱਲਾਂ ਬੜੀਆਂ ਯਾਦ ਆਈਆਂ। ਫਿਰ ਪਿੰਡ ਦੀ ਗੱਲ ਲੱਗਾ ਸੀ ਦੱਸਣ ਮੈਂ, ਸਰਪੰਚ ਨੇ ਚੌਕੀਦਾਰ ਨੂੰ ਭੇਜਿਆ ਮਸੀਤ 'ਚ ਜੀ, ਵੀ ਤੂੰ ਜਾ ਕੇ ਸਪੀਕਰ 'ਚ ਕਹਿ ਦੇ ਵੀ ਇਸ ਪਿੰਡ ਦਾ ਅਸਲੀ ਵਾਰਸ ਬਜ਼ੁਰਗ ਆਇਆ, ਜਿਹਨੇ ਦਰਸ਼ਨ ਕਰਨੇ ਆ, ਸਰਪੰਚ ਦੀ ਹਵੇਲੀ ਆ ਜਾਓ। ਇੱਕ ਤਖਤ ਪੋਸ਼ ਦੇ ਉੱਤੇ ਦਰੀ ਵਿਛਾਈ, ਦਰੀ ਦੇ ਉੱਤੇ ਹੀ ਰੱਖੀ ਈਜ਼ੀ ਚੇਅਰ, ਉਹਦੇ 'ਤੇ ਬਿਠਾਤਾ। ਮੈਂ ਕਹਾਂ ਨਾ ਜਲੂਸ, ਪਰ ਉਹ ਕਹਿੰਦੇ ਨਹੀਂ। ਫਿਰ ਉਹ ਜਿਹੜੀਆਂ ਜਨਾਨੀਆਂ ਆਉਣ, ਕੋਈ ਪੈਰੀਂ ਹੱਥ, ਕੋਈ ਕੁਛ, ਸਾਰਾ ਪਿੰਡ ਇਕੱਠਾ ਹੋ ਗਿਆ ਜੀ। ਇੰਨੀ ਇੱਜ਼ਤ ਕੀਤੀ ਕਿ ਪੁੱਛੋ ਨਾ। ਜਿਹੜੀਆਂ ਤੁਹਾਡੇ ਵਾਲੀਆਂ ਜ਼ਮੀਨਾਂ ਸੀਗੀਆਂ, ਹਾਂ, ਉਹ ਕਿਹਨਾਂ ਨੂੰ ਮਿਲੀਆਂ? ਇੱਧਰ ਨੂੰ ਲੋਕ ਕਿੱਥੋਂ ਗਏ ਆ? ਹਾਂ, ਉਹ ਬਲਾਚੌਰ ਤੋਂ ਗਏ ਹੋਏ ਲੋਕ ਨੇ। ਅੱਛਾ। ਬਲਾਚੌਰ ਤੋਂ ਗਏ ਬੰਦੇ ਹੈ। ਉਹ ਮੈਨੂੰ ਉਦੋਂ ਪਤਾ ਲੱਗਿਆ। ਇੱਕ ਬੀਬੀ ਸਿਆਣੀ ਜੀ ਕਹਿੰਦੀ, ਅੰਕਲ ਜੀ, ਇੱਕ ਬਲਾਚੌਰ ਸ਼ਹਿਰ ਸਾਡੇ ਬਾਪੂ ਹੋਰੀ ਕਹਿੰਦੇ ਹੁੰਦੇ ਸੀ, ਤੁਹਾਡੇ ਕੋਲ ਕਿੰਨੀ ਦੂਰ ਹੈ? ਮੈਂ ਕਿਹਾ ਉਹ ਤਾਂ ਸਾਡੇ ਰਸਤੇ 'ਚ ਆ ਬੇਟਾ। ਕੀ ਗੱਲ ਹੈ? ਕਹਿੰਦੀ ਸਾਨੂੰ ਤੁਹਾਡੇ ਵਾਲੀਆਂ ਪੈਲੀਆਂ ਸਾਰੀਆਂ ਮਿਲ ਗਈਆਂ, ਇੱਥੇ ਮਿਲੀਆਂ ਹੋਈਆਂ। ਸਾਡੀ ਜ਼ਮੀਨ ਉੱਥੇ ਸੀ, ਹੁਣ ਇੱਥੇ ਆ ਕੇ। ਤੇ ਮੈਂ ਪੁੱਛਿਆ, ਸੱਚ ਦੱਸਿਓ, ਇਹ ਜ਼ਮੀਨ ਚੰਗੀ ਸੀ ਜਾਂ ਉੱਥੇ ਵਾਲੀ ਚੰਗੀ ਸੀ? ਉਹ ਕਹਿੰਦੀ ਸਾਡੀ ਉੱਥੇ ਵਾਲੀ ਚੰਗੀ ਸੀ। ਮੈਂ ਇਹ ਚਾਹੁੰਦਾ ਹਾਂ ਕਿ ਇਹ ਕਹੇ ਇੱਥੇ ਵਾਲੀ ਚੰਗੀ ਹੈ। ਉਹ ਇਦਾਂ ਆ ਜੀ, ਜਿਹੜਾ ਗਵਾਚ ਜਾਏ ਉਹ ਵੈਸੇ ਹੀ ਚੰਗਾ ਹੋ ਜਾਂਦਾ। ਹਾਂ, ਹਾਂਜੀ। ਤੇ ਕੋਈ ਖਾਸ ਤੁਹਾਡੇ ਬਜ਼ੁਰਗਾਂ ਨੂੰ ਜਾਣਨ ਵਾਲਾ ਕੋਈ ਮਿਲਿਆ? ਹਾਂ, ਉਸੇ ਬਜ਼ੁਰਗਾਂ ਨੂੰ ਨਹੀਂ ਜਾਣਨ ਵਾਲਾ ਮਿਲਿਆ। ਮੇਰੇ ਸਹੁਰਾ ਸਾਹਿਬ ਦਾ ਤੇ ਉਹਦੇ ਭਰਾ ਦਾ ਨਾਂ ਲਿਆ ਇੱਕ ਬੰਦੇ ਨੇ, ਮੁਸਲਮਾਨ ਬੁੱਢਾ ਜਿਹੜਾ ਸੀ, ਜਿਹਨੇ ਕਿਹਾ ਸੀ, ਕਹਿੰਦਾ ਸੂਬੇਦਾਰ ਮਹਿੰਗਾ ਸਿੰਘ ਤੇ ਚਾਚਾ ਫੀਰੀ, ਦੋ ਬੰਦੇ ਹੁੰਦੇ ਸੀ ਜਿਨ੍ਹਾਂ ਨਾਲ ਲੋਕੀ, ਜਿਨ੍ਹਾਂ ਨੂੰ ਬੜਾ ਯਾਦ ਕਰਦੇ ਨੇ। ਮੈਂ ਕਿਹਾ ਸੂਬੇਦਾਰ ਮਹਿੰਗਾ ਸਿੰਘ ਦੀ ਲੜਕੀ ਨਾਲ ਹੀ ਮੇਰਾ ਵਿਆਹ ਹੋਇਆ ਹੈ, ਤਾਂ ਹੀ ਮੈਂ ਉਹਨਾਂ ਦੇ ਘਰ ਹੁਣ ਜਾ ਕੇ ਆਇਆ। ਉਸ ਘਰ ਵੀ ਮੈਂ ਗਿਆ ਸੀ। ਮੈਨੂੰ ਇਹ ਮੈਡਮ ਥੱਲੇ ਹੈਗੇ ਆ ਤਗੜੇ, ਉਹਨਾਂ ਨੇ ਦੱਸਤਾ ਸੀ ਵੀ ਜਿਹੜੀ ਤੁਹਾਡੀ ਸਕੂਲ ਦੀ ਕੰਧ ਹੈ ਨਾ, ਜਦੋਂ ਤੂੰ ਗੇਟ 'ਤੇ ਖਲੋਏਗਾ, ਸੱਜੇ ਬੰਨੇ ਵਾਲੀ ਗਲੀ ਵੜ ਜਾਈਂ, ਜਿਹੜਾ ਲਾਸਟ ਵਾਲਾ ਘਰ ਹੈ ਉਹ ਸਾਡਾ ਸੀ। ਇਹਨੇ ਮੈਨੂੰ ਸਮਝਾਇਆ ਹੋਇਆ ਸੀ। ਮੈਂ ਉਸੇ ਘਰ 'ਚ ਜਾ ਵੜਿਆ ਸੀ। ਇਹਨਾਂ ਦੀ ਉਮਰ ਵੀ 5-7 ਸਾਲ ਹੀ ਹੋਣੀ ਉਦੋਂ? ਇਹ ਮੇਰੇ ਨੂੰ 2 ਸਾਲ ਕਹਿੰਦੇ ਆ, ਮੈਂ ਛੋਟੀ ਹਾਂ। ਹਾਂ ਜੀ। ਹਾਂ, ਤੇ ਹੋਰ ਕੀ ਵੇਖਿਆ ਜੀ ਫਿਰ ਸਿਆਲਕੋਟ ਦਾ?
ਹੋਰ ਜੀ ਮੈਂ ਬਹੁਤ ਕੁਝ ਦੇਖਿਆ, ਪਰ ਮੇਨ ਚੀਜ਼ ਕੀ ਦੇਖੀ ਹੈ ਵੀ ਪਿਆਰ ਇੰਨਾ ਜ਼ਿਆਦਾ ਨਾ ਉਹਨਾਂ ਲੋਕਾਂ 'ਚ। ਯਾਨੀ ਮੈਨੂੰ ਲੋਕੀ ਕਹਿਣ ਦੁਕਾਨਦਾਰ ਵੀ ਸਾਡੀ ਦੁਕਾਨ ਤੋਂ ਨਾ ਇੱਕ ਬਰਫੀ ਦਾ ਟੁਕੜਾ ਯਾਨੀ ਕੁਝ ਝੂਠਾ ਕਰ ਜੋ ਇੱਥੇ ਸਮਾਨ ਤੁਸੀਂ ਜਾਂਦੇ ਜਾਂਦੇ। ਕੋਈ ਕਹਿੰਦੇ ਉੱਥੇ ਮਤਲਬ ਮੈਨੂੰ ਖਿੱਚ ਕੇ ਬਾਹਰੋਂ ਸਾਡੇ ਘਰ 2 ਮਿੰਟ ਫੋਟੋ ਖਿੱਚਣ ਵਾਲੇ ਇੱਕ ਮੁੰਡਾ ਕਹਿੰਦਾ ਹੈ, ਅੰਕਲ ਜੀ ਪਸੀਨੋ ਪਸੀਨਾ ਹੋਇਆ, ਮੋਟਰਸਾਈਕਲ ਖੜਾ ਕਰਦਿਆਂ ਹੀ ਐਸੇ ਕਰਕੇ ਗੱਡੀ ਰੋਕ ਲਈ। ਕਹਿੰਦਾ ਮੈਂ ਤਾਂ ਕਿਸੇ ਪਿੰਡ ਦੇ ਵਿੱਚ ਬਰਾਤੀਆਂ ਦੇ ਨਾਲ ਗਿਆ ਸੀ, ਉਹ ਛੱਡ ਦਿੱਤੀ ਜਦੋਂ ਪਤਾ ਲੱਗਿਆ ਪਿੰਡ ਦਾ ਬੰਦਾ ਆਇਆ, ਉਹ ਛੱਡ ਕੇ ਆ ਗਿਆ ਮੈਂ। ਫਿਰ ਉਹਨੇ ਬੜੀਆਂ ਫੋਟੋ ਖਿੱਚੀਆਂ, ਪਿਆਰ ਲਿਆ ਤੋ ਫਿਰ ਮੈਂ ਆ ਕੇ ਉਹ ਆਪਣਾ ਸਿਆਲਕੋਟ ਗੁਰਦੁਆਰਾ ਸਾਹਿਬ ਨਤਮਸਤਕ ਹੋਏ, ਜਦੋਂ ਕਿ ਉੱਥੇ ਕੋਈ ਪ੍ਰਕਾਸ਼ ਨਹੀਂ, ਕੋਈ ਕੁਛ ਨਹੀਂ। ਹੁਣ ਹੋ ਗਿਆ ਜੀ ਬੀਰ ਸਾਹਿਬ, ਹਾਂਜੀ ਸ਼ੁਰੂਆਤ ਹੋ ਗਿਆ ਜੀ ਉੱਥੇ। ਹਾਂ ਸ਼ੁਰੂਆਤ ਹੋ ਗਈ। ਤੇ ਹੁਣ ਤੁਸੀਂ ਤੁਹਾਡੇ ਨਾਲ ਗੱਲ ਇਹ ਕਰਨੀ ਆ ਵੀ ਤੁਸੀਂ ਭਾਗਾਂ ਵਾਲੇ ਆ, ਆਪਣਾ ਪਿੰਡ ਵੇਖ ਲਿਆ, ਹਾਂਜੀ ਸਕੂਲ ਵੇਖ ਲਿਆ, ਚਲੋ ਜਗ੍ਹਾ ਵੇਖ ਲਈ, ਤੇ ਤੁਹਾਡੇ ਮਾਮਲੇ ਦੇ ਵਿੱਚ ਤੁਸੀਂ ਇੱਕ ਬੜਾ ਖੂਬਸੂਰਤ ਕੰਮ ਕੀਤਾ, ਬੜੇ ਘੱਟ ਲੋਕ ਕਰਦੇ ਆ, ਕਿ ਜੰਮੂ ਦੀ ਉਹ ਪੰਡਤ ਫੈਮਿਲੀ ਇਹਨਾਂ ਨੇ ਤੁਹਾਨੂੰ 1 ਮਹੀਨਾ 17 ਦਿਨ ਰੱਖਿਆ ਸੀ। ਹਾਂਜੀ ਤੁਸੀਂ ਉਹਨਾਂ ਨੂੰ ਮਿਲ ਕੇ ਆਏ, ਉਹ ਵੀ ਸਫ਼ਰ ਦੱਸੋ ਕਿਵੇਂ ਹੋਇਆ? ਤੁਹਾਡੇ ਮਨ ਦੇ ਵਿੱਚ ਕਦੋਂ ਦੀ ਇਹ ਤਮੰਨਾ ਸੀ? ਇਹ ਤਾਂ ਮੈਂ ਨਿਗਾਹ ਜਿਹੀ ਹਾਂ ਜਦੋਂ ਤੇ ਆਪਣੇ ਬਾਪੂ ਜੀ ਨੂੰ ਕਹਿੰਦਾ ਹੁੰਦਾ ਹਾਂ ਵੀ ਬਈ ਸਾਡਾ ਫਰਜ਼ ਬਣਦਾ ਹੈ ਉਹਨਾਂ ਬੰਦਿਆਂ ਦਾ ਧੰਨਵਾਦ ਕਰਨਾ, ਤੇ ਉਹ ਟਾਲ ਮਟੋਲ ਕਰ ਦਿੰਦੇ ਸੀ ਜੀ। ਫਿਰ ਪਿਤਾ ਜੀ ਤੇ ਚਲੇ ਗਏ ਕਾਫੀ 20 ਸਾਲ। ਫਿਰ ਮੈਂ ਵੱਡੇ ਭਰਾ ਨੂੰ ਕਿਹਾ, ਤੇ ਮੈਂ ਕਿਹਾ ਜਦੋਂ ਉਹ ਰੋਜ਼ ਲੈ ਆਉਂਦੇ ਸੀ ਚਾਹ ਦਾ ਕੱਪ ਤੇ ਨਾਲ ਖਾਣ ਪੀਣ ਨੂੰ ਸਮਾਨ, ਤੇ ਉਦੋਂ ਤੇ ਤੂੰ ਸਭ ਤੋਂ ਪਹਿਲਾਂ ਚੁੱਕਦਾ ਸੀ। ਇੱਦਾਂ ਸਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਜੀ। ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਇਸ ਚੀਜ਼ ਬਾਰੇ ਜੀ। ਅਖੀਰੀ ਹੁਣ ਮੇਰਾ ਇੱਕ ਭਤੀਜਾ ਥਾਣੇਦਾਰ ਹੈ ਗੁਰਦਾਸਪੁਰ, ਉਹ ਕਹਿੰਦਾ ਵੀ ਚਾਚਾ ਜੀ ਫਿਕਰ ਨਾ ਕਰੋ, ਤੁਸੀਂ ਤਿਆਰੀ ਕਰੋ ਤੇ ਮੈਨੂੰ ਦੱਸੋ ਮੈਂ ਕਿੱਦਣ ਜੰਮੂ ਪਹੁੰਚਾਂ ਤੇ ਮੈਂ ਤੁਹਾਡੇ ਨਾਲ ਚੱਲਾਂਗਾ ਜੀ। ਤੇ ਮੈਂ ਉੱਥੇ ਜਾਣ ਵਾਸਤੇ ਇੱਥੋਂ ਜਹਾਜ਼ ਫੜਿਆ, ਪਹਿਲਾਂ ਸ਼੍ਰੀਨਗਰ ਗਿਆ। ਸ਼੍ਰੀਨਗਰੋਂ ਮੈਂ 1-2 ਗੁਰਦੁਆਰੇ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਉਹ ਕਰਕੇ ਬਾਈ ਟੈਕਸੀ ਮੈਂ ਜੰਮੂ ਆ ਗਿਆ ਜੀ। ਜੰਮੂ ਇੱਕ ਹੋਰ ਜੰਮੂ ਵੀ ਮੁੰਡਾ ਇੱਕ ਵਾਕਫ ਸੀ, ਉਹਨੂੰ ਫੋਨ ਕੀਤਾ, ਉਹ ਗੱਡੀ ਲੈ ਕੇ ਏਅਰਪੋਰਟ 'ਤੇ ਆ ਗਿਆ ਮੈਨੂੰ ਲੈ ਕੇ ਜੀ। ਤੇ ਫਿਰ ਅਸੀਂ ਪ੍ਰੋਗਰਾਮ ਬਣਾਇਆ। ਉੱਥੇ ਮੈਂ ਸਭ ਤੋਂ ਪਹਿਲਾਂ ਇੱਕ ਪਿੰਡ ਸਾਡੀ ਕਾਸਟ ਦੇ ਤੁਸੀਂ ਵਸਿਆ ਹੋਇਆ ਜੱਟਾਂ ਦਾ, ਉਹਦਾ ਨਾਂ ਅਸੜਾਂ ਚੱਕ। ਅੱਛਾ, ਉਹ ਸਿੱਖਾਂ ਦਾ ਪਿੰਡ ਸੀ? ਸਿੱਖ ਅਸੜਾਂ ਦਾ? ਸਿੱਖ ਅਸੜਾਂ ਦਾ। ਅੱਛਾ। ਉੱਥੇ ਕੋਈ ਮੇਰੇ ਮਾਂ-ਬਾਪ ਵੀ ਕਹਿੰਦੇ ਸੀ ਵੀ ਜਿਹੜਾ ਨਵਾਂ ਵਿਆਹ ਹੁੰਦਾ ਸੀ, ਅੱਛਾ, ਜਠੇਰੇ, ਉਹ ਜੋੜਾ ਉੱਥੇ ਜਾ ਕੇ ਮੱਥਾ ਟੇਕਦਾ ਸੀ ਤੇ ਫਿਰ ਗ੍ਰਿਸ਼ਤ ਸ਼ੁਰੂ ਕਰਦਾ ਸੀ। ਮਤਲਬ ਸਿਆਲਕੋਟੋਂ ਵੀ ਆਉਂਦੇ ਹੁੰਦੇ ਸੀ? ਸਿਆਲਕੋਟੋਂ ਵੀ ਉੱਥੇ ਆਉਂਦੇ ਸੀ। ਮੇਰੇ ਸਾਡੇ ਸਾਰਿਆਂ ਦੇ ਵਿਆਹ ਹੀ ਇੱਧਰ ਆ ਕੇ ਹੋਏ, ਤੇ ਮੇਰੇ ਨਾਲ ਵੱਡੇ ਭਰਾ ਦੋਨੋਂ ਉੱਥੇ ਆਪਣੇ ਵਿਆਹ ਤੋਂ ਬਾਅਦ। ਤਾਂ ਮੈਂ ਥੋੜ੍ਹਾ ਜਿਹਾ ਕੱਟਰਪੰਥੀ 'ਚ ਪੈ ਗਿਆ ਵੀ ਤੇ ਮਾਂ-ਬਾਪ ਕਹਿੰਦੇ ਆ ਵਾਧੂ ਜੀ ਗੱਲ ਲੱਗਦੀ ਹੈ। ਜੀ। ਹੁਣ ਮਾਂ-ਬਾਪ ਦੇ ਜਾਣ ਤੋਂ ਬਾਅਦ ਜਦੋਂ ਕਿ ਮੈਂ ਜੰਮੂ ਜਾਣਾ ਹੀ ਸੀ, ਤੇ ਮੈਂ ਅਸ਼ੋਕ ਨੂੰ, ਉਹਨੂੰ ਡਰਾਈਵਰ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਅਸੜਾਂ ਚੱਕ ਦੇਖਿਆ। ਉਹ ਕਹਿੰਦਾ ਲੈ, ਉਹ ਇੱਥੋਂ ਸਾਰਾ 6 ਕਿਲੋਮੀਟਰ ਹੈ ਸਾਡੇ ਜੰਮੂ ਤੋਂ। ਅਸੀਂ ਉੱਥੋਂ ਗਏ, ਉਹ ਵੀ ਜੰਮੂ 'ਚ ਪਿੰਡ ਹੈ ਨਾ, ਤੇ ਉਹ ਜਿਹੜਾ ਜੋਗੀ ਉਸ ਪਿੰਡ ਦਾ ਜਿੱਥੇ ਅਸੜ ਬੈਠੇ ਹੈ, ਉਹ ਆਉਂਦਾ ਸੀ ਅਗਰਾਈ ਕਰਨ, ਥੋੜਾ ਸਾਨੂੰ ਸੁਣਾਉਣਾ ਕੁਛ ਉਹਨੇ, ਗਾਣਾ ਗੂਣਾ ਪੁਰਾਣਾ, ਤੇ ਪੈਸੇ ਲੈ ਕੇ ਜਾਂਦਾ ਸੀ। ਉਹ ਸਾਡੇ ਇਸ ਘਰ ਵਿੱਚ ਜੋਗੀ ਰਾਤ ਵੀ ਰਿਹਾ ਹੋਇਆ ਹੈ। ਅੱਛਾ। ਉਹ ਜੋਗੀ ਨੂੰ ਪਤਾ ਲੱਗਾ ਕੋਈ ਬੰਦਾ ਕਾਦੀਆਂ ਦਾ ਚੰਡੀਗੜ੍ਹੋਂ ਆਇਆ, ਉਹ ਫਟਾਫਟ ਪਹੁੰਚ ਗਿਆ ਉੱਥੇ। 40-50 ਬੰਦੇ ਜਨਾਨੀਆਂ ਜਦੋਂ ਗੱਡੀ ਖੜੀ ਕੀਤੀ ਤੇ ਉਹ ਇਕੱਠੇ ਹੋ ਗਏ। ਇੱਕ ਕਹਿੰਦਾ ਮੈਂ ਵੀ ਆਰਮੀ ਵਾਲਾ, ਆਨਰੀ ਕੈਪਟਨ, ਉਹ ਵੀ ਕਲੀਨ ਸ਼ੇਵਨ ਸੀ ਜੀ। ਤੇ ਉਹ ਦਾਦੇ ਮੇਰੇ ਦਾ ਨਾਂ ਸੀ ਉਹਦਾ, ਹਾਕਮ ਸਿੰਘ ਅਸੜ। ਇਕੱਠੇ ਹੋ ਗਏ। ਫਿਰ ਮੈਨੂੰ ਉਹਨਾਂ ਨੇ ਉਹ ਜਗ੍ਹਾ ਦੱਸੀ, ਮੈਂ ਉੱਥੇ ਮੱਥਾ ਟੇਕ ਕੇ 500 ਦਾ ਨੋਟ ਚੜਾ ਕੇ, ਤੇ ਉਹ ਥੋੜ੍ਹਾ ਹੀ ਚਿਰ ਉੱਥੇ ਰਹੇ। ਉਹ ਸਾਰੇ ਫੋਨ ਲਿਖਦੇ ਰਹੇ, ਅਜੇ ਵੀ ਮੈਨੂੰ ਆਉਂਦੇ ਆ। ਫਿਰ ਸਰਪੰਚ ਕਰਤਾਰ ਸਿੰਘ ਆ ਗਿਆ, ਉਹ ਕਹਿੰਦਾ ਮੈਂ ਪ੍ਰਿੰਸੀਪਲ ਰਿਟਾਇਰ ਆ, ਲੇਕਿਨ ਸੀ ਸਾਰੇ ਕਲੀਨ ਸ਼ੇਵਨ। ਹਾਂਜੀ ਜੀ। ਤੇ ਨੰਬਰ 2 ਭਾਸ਼ਾ ਵੀ ਪਿਓਰ ਡੋਗਰੀ। ਕਰਤਾਰ ਸਿੰਘ ਮੇਰੇ ਨਾਲ ਵੀ ਗਿਆ। ਅੱਛਾ। ਉਸ ਪਿੰਡ ਵੀ ਗਿਆ ਸਰਪੰਚ। ਪਰ ਜਦੋਂ ਮੈਂ ਉਹਨੂੰ ਕਿਹਾ ਵੀ ਤੂੰ ਯਾਰ ਜਦੋਂ ਮੀਡੀਆ ਸਾਹਮਣੇ ਅਸੀਂ ਜਾਣਾ ਹੈ ਤੇਰੇ, ਤੂੰ ਆ ਪੱਗ ਬੰਨ੍ਹ ਲੈ, ਮੈਂ ਸਪੇਅਰ ਲੈ ਗਿਆ ਸੀ ਸਰੋਪੇ ਪੱਗਾਂ ਵਗੈਰਾ। ਜੀ। ਉਹ ਕਹਿੰਦਾ ਨਹੀਂ ਮੇਰੇ ਨਾਲ ਦਰਦ ਸਿਰ ਨੂੰ ਹੋਣ ਲੱਗ ਜਾਏਗੀ, ਮੈਂ ਨਹੀਂ ਬੰਨ੍ਹ ਸਕਦਾ। ਫਿਰ ਮੈਂ ਉਹ ਸਰੋਪਾ ਜਿਹਾ ਬਣਾ ਕੇ ਉਹਦੇ ਗਲ 'ਚ ਹੀ ਪਾ। ਸੋ ਉਹ ਪਹਿਲੇ ਦਿਨ ਉਹ ਦਰਸ਼ਨ ਕੀਤੇ ਜੀ। ਦੂਸਰੇ ਦਿਨ ਫਿਰ ਅਸ਼ੋਕ ਕਹੇ ਨਹੀਂ ਰਾਤ ਮੇਰੇ ਘਰ ਰਹਿਣਾ।
ਹੁਣ ਅਸ਼ੋਕ ਦੀ ਗੱਲ ਦੱਸਾਂ ਤੁਹਾਨੂੰ, ਅਸ਼ੋਕ ਦਾ ਮਾਲਕ, ਅਸ਼ੋਕ ਇੱਕ ਡਰਾਈਵਰ ਦਾ ਨਾਂ ਹੈ, ਇਸ ਸਾਹਮਣੇ ਘਰ 'ਚ ਦਾਖਲ 40 'ਚ ਦਾਖਲ ਸੀ ਤੇ ਇਸ ਸਾਹਮਣੇ ਘਰ 'ਚ ਰਿਹਾ, ਅੱਛਾ, ਕਿਰਾਏ ਤੇ ਰਿਹਾ 1 ਮਹੀਨਾ ਕੁਝ ਦਿਨ। ਅਸ਼ੋਕ ਬਾਹਰ ਗੱਡੀ 'ਚ ਬੈਠਾ ਹੁੰਦਾ ਸੀ ਐਂ ਕਰਕੇ, ਤੇ ਠੰਡ ਬੜੀ ਸੀ। ਮੈਂ ਆਪਣਾ ਗੇਟ ਬੰਦ ਕਰਨ ਨਿਕਲਿਆ ਤੇ ਅਸ਼ੋਕ ਦੇਖਿਆ ਗੱਡੀ 'ਚ ਬੈਠਾ ਮੋਬਾਈਲ ਤੇ ਕੰਮ ਕਰ ਰਿਹਾ। ਮੈਂ ਚਲਾ ਗਿਆ, ਟੁਕ ਟੁਕ ਕੀਤਾ, ਅੰਕਲ ਜੀ, ਮੈਂ ਕਿਹਾ ਠੰਡ ਤਾਂ ਨਹੀਂ ਲੱਗ ਰਹੀ? ਕਹਿੰਦਾ ਠੰਡ ਤਾਂ ਨਹੀਂ ਲੱਗ ਰਹੀ, ਪਰ ਮੈਂ ਸਾਰੇ ਘੁੰਮ ਆਇਆ, ਠੇਕਾ ਨਹੀਂ ਲੱਭਾ ਮੈਨੂੰ। ਮੈਂ ਕਿਹਾ ਅੱਛਾ ਅੱਛਾ, ਇਹ ਗੱਲ ਹੈ। ਹੁਣ ਇਹ ਬੰਦਾ ਸਾਡਾ ਦੇਖਦਾ ਹੀ ਠੇਕੇ ਹੈ। ਮੈਂ ਇਹਦੀ ਅਲਮਾਰੀ ਖੋਲ੍ਹੀ, ਮੈਨੂੰ ਕੋਈ ਪਤਾ ਨਹੀਂ, ਇੱਕ ਲੰਮੀ ਜੀ ਪਈ ਸੀ, ਮੈਂ ਉਹਨੂੰ ਅਸ਼ੋਕ ਨੂੰ ਗੱਡੀ 'ਚ ਫੜਾ ਦਿੱਤੀ। ਉਸ ਬੋਤਲ ਨੇ ਹੁਣ ਮੈਨੂੰ ਸਾਰੀ ਉਹ ਗੱਡੀ ਤੇ ਵਿਚਾਰਾ ਕਿੱਥੇ ਕਿਹੜਾ ਬੰਦਾ ਕਿੱਥੇ ਕੰਮ ਆ ਜਾਂਦਾ। ਅੱਛਾ, ਵੀ ਜਿਹੜਾ ਤੁਸੀਂ ਉਹ ਪੰਡਤਾਂ ਨੂੰ ਮਿਲਣ ਗਏ, ਉਹ ਦੱਸਿਓ ਕਿਸ ਤਰ੍ਹਾਂ ਦਾ ਸਫ਼ਰ ਸੀ? ਉਹ ਸਫ਼ਰ ਤਾਂ ਜੀ ਪੁੱਛੋ ਹੀ ਨਾ, ਮੈਨੂੰ ਚਿੱਤ ਖਿਆਲ ਨਹੀਂ ਸੀ ਕਿ ਉਹ ਇੰਨਾ ਬੰਦੋਬਸਤ ਕਰਨਗੇ। ਜਦੋਂ ਪਿੰਡ ਜਾ ਕੇ, ਰਸਤਾ ਤਾਂ ਮੈਨੂੰ ਨਹੀਂ ਸੀ ਆਉਂਦਾ, ਅਸ਼ੋਕ ਹੀ ਲੈ ਕੇ ਗਿਆ ਮੈਨੂੰ। ਜੀ ਜੀ। ਜਦੋਂ ਅਸੀਂ ਪਿੰਡ ਜਾ ਕੇ, ਸਰਪੰਚ ਨੇ ਮੈਨੂੰ ਇੰਨਾ ਕਹਿ ਦਿੱਤਾ ਸੀ ਕਿ ਮੇਰੇ ਘਰ ਦਾ ਨਾਲ ਦਾ ਹੀ ਘਰ ਪੰਡਤਾਂ ਦਾ ਹੈ ਜੀ, ਜਿਨ੍ਹਾਂ ਨੂੰ ਤੂੰ ਜਾਣਾ, ਬਲਕਿਸ਼ਨ ਹੋ ਰਹੀ, ਉਹ ਮਰ ਮੁਰ ਕੇ ਸਾਰੀ ਗੱਲ ਹੋ ਗਈ ਸੀ ਫੋਨ ਤੇ। ਗੱਡੀ 'ਚੋਂ ਜੇ ਮੈਂ ਨਿਕਲਿਆ ਵੀ ਨਹੀਂ ਤੇ ਉਹ ਅੱਧਾ ਪਿੰਡ ਇਕੱਠਾ ਸੀ, ਉਹਨਾਂ ਨੇ ਢੋਲ ਵਜਾਉਣਾ ਸ਼ੁਰੂ ਕਰਤਾ, ਢੋਲ ਟਾਲ ਦਾ ਅਰੇਂਜ ਕੀਤਾ ਸੀ। ਵਾਹ ਜੀ ਵਾਹ। ਫਿਰ ਮੈਂ ਥੋੜਾ ਆਪਣੀ ਉਮਰ ਮਿੱਠੀ, ਮੈਂ ਕਿਹਾ ਢੋਲ ਵਾਲੇ ਨੂੰ ਇਸ਼ਾਰਾ ਕਰਕੇ ਬੰਦ ਕਰਵਾਇਆ ਜੀ। ਤੇ ਫਿਰ ਉਹਨਾਂ ਦੇ ਘਰ ਗਏ, ਉਹਨਾਂ ਨੇ ਤੇਲ ਵਗੈਰਾ ਉਹਦੇ ਵਿੱਚ ਆਇਆ, ਸਾਰਾ ਦੀ ਰਸਮ ਕੀਤੀ। ਤੇ ਮੈਂ ਅੰਦਰ ਵੜਦੇ ਹੀ ਇੱਕ ਕਾਫੀ ਓਲਡ ਲੇਡੀ ਆਈ, ਜਿਹੜੀ ਉਹਦੀ ਵੱਡੀ ਨੂੰਹ ਸੀ ਬਲਕਿਸ਼ਨ ਦੀ। ਅੱਛਾ। ਉਹ ਕਹਿੰਦੀ, ਮੈਂ ਕਿਹਾ ਤੁਸੀਂ ਇਹ ਦੱਸੋ ਤਾਤੋ ਕੌਣ ਸੀ ਇੱਥੇ? ਉਹ ਕਹਿੰਦੀ ਸਾਡੇ ਪੜਦਾਦਾ ਜੀ ਸੀ। ਮੈਂ ਕਿਹਾ ਉਹਨਾਂ ਨੇ ਮੈਨੂੰ ਖੜਾਇਆ ਹੋਇਆ ਹੈ, ਤਾਂ ਮੈਂ ਇਸ ਘਰ ਆਇਆ, ਤੁਹਾਡਾ ਧੰਨਵਾਦ ਕਰਨ। ਆਏ ਹਾਏ, ਮਤਲਬ ਤੁਸੀਂ ਉਹ ਸ਼ਖਸ ਆ ਜਿਨ੍ਹਾਂ ਨੇ ਪੌਣੀ ਸਦੀ ਬਾਅਦ ਇਸ ਗੱਲ ਨੂੰ ਯਾਦ ਰੱਖਿਆ ਕਿ ਜਦੋਂ ਉੱਜੜ ਕੇ ਆਏ ਸੀ, ਸਾਨੂੰ 1 ਮਹੀਨਾ 17 ਦਿਨ ਉਸ ਪੰਡਤ ਫੈਮਿਲੀ ਨੇ ਸਾਂਭਿਆ, ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਜਾ ਕੇ ਉਹਨਾਂ ਦਾ ਧੰਨਵਾਦ ਕਰੀਏ। ਹਾਂ, ਇਹ ਵੀ ਕਾਰਨ ਹੈ ਕਿ ਜਦੋਂ ਉਹਨਾਂ ਦੇ ਲੰਗਰ ਰੋਟੀ ਘਰ ਤਿਆਰ ਹੁੰਦੀ ਸੀ, ਉਦੋਂ ਨਾ ਸਟੈਂਡਿੰਗ ਰਸੋਈਆਂ ਨਹੀਂ ਸੀ, ਬਾਹਰ ਪਾਇਆ ਹੁੰਦੇ ਸੀ, ਉੱਥੇ ਹੀ ਬਣਾਉਂਦੇ ਸੀ। ਸਭ ਤੋਂ ਪਹਿਲਾਂ ਉਹਨਾਂ, ਮੇਰੀ ਭੈਣ ਵੱਡੀ ਸੀ ਸਾਡੇ ਸਾਰਿਆਂ ਨੂੰ, ਉਹਨੂੰ ਆਵਾਜ਼ ਮਾਰਨੀ, ਰੋਟੀ ਲੈ ਜਾਓ ਆ ਕੇ ਆਪਣੀ। ਤੇ ਸਾਡੇ ਪਰਿਵਾਰ ਵਾਈਜ਼ ਉਹਨਾਂ ਨੇ 3 ਪਰਿਵਾਰਾਂ ਦੇ ਰੋਟੀ ਸਾਨੂੰ ਦੇਣੀ, ਕਿਉਂਕਿ ਅਸੀਂ ਉਹਨਾਂ ਦੀ ਹਵੇਲੀ ਰਹਿੰਦੇ ਹਾਂ ਨਾ, ਬਹੁਤ ਲੋਕ ਸਨ। ਚਲੋ ਆਸਿਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਗੱਲਾਂ ਕੀਤੀਆਂ। ਥੋੜਾ ਮੌਸਮ ਖਰਾਬ ਹੋਣ ਕਰਕੇ ਸਾਨੂੰ ਗੱਲ ਹੁਣ ਨਹੀਂ, ਹੁਣ ਪਹਿਲਾਂ ਚਾਹ ਬੰਦ ਕਰਨੀ ਪੈਣੀ ਆ, ਫਿਰ ਗੱਲ ਆਪਾਂ ਕਦੇ ਫਿਰ ਕਰਾਂਗੇ। ਚਲੋ ਤੁਹਾਡਾ ਧੰਨਵਾਦ ਜੀ। ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।